ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 31 ਤੇ ਉਤੋਂ 2 4 6 ਉਤੋਂ 7 ਪੰਕਤੀਆਂ ਛੱਡ ਕੇ ਹੈ। ਸ਼੍ਰੀ ਰਾਗ ਮਹਿਲਾ ਤੀਜਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨ ਸ਼ਿੰਗਾਰ। ਸੇਜੈ ਕੰਤ ਨ ਆਵੇ, ਨਿਤ ਨਿਤ ਹੋਏ ਖੁਆਰ। ਫਿਰ ਕਾ ਮਹਿਲ ਨਾ ਪਾਵੇ, ਨਾ ਦੀਸੈ ਘਰ ਬਾਰ। ਰਾਗ ਹੈ ਸ਼੍ਰੀ ਰਾਗ, ਤੀਸਰੇ ਪਾਤਸ਼ਾਹ ਦੀ ਬਾਣੀ। ਜਿਹੜੇ ਮਨਮੁਖ ਨੇ ਉਹ ਧਾਰਮਿਕ ਕਰਮ ਤੇ ਕਰਦੇ ਨੇ, ਪਰ ਉਹਨਾਂ ਦੇ ਧਾਰਮਿਕ ਕਰਮ ਜਿਹੜੇ ਨੇ ਇਸ ਤਰ੍ਹਾਂ ਨੇ, ਜਿਉਂ ਦੁਹਾਗਣ ਤਨ ਸ਼ਿੰਗਾਰ। ਦੁਹਾਗਣ ਹੁੰਦੀ ਹੈ ਛੁੱਟੜ, ਜਿਸ ਨੂੰ ਪਤੀ ਨੇ ਛੱਡ ਦਿੱਤਾ ਹੋਵੇ। ਇੱਕ ਛੁੱਟੜ ਜਨਾਨੀ ਹੈ, ਉਹ ਸਰੀਰ 'ਤੇ ਸ਼ਿੰਗਾਰ ਕਰਦੀ ਹੈ। ਉਹਦਾ ਕੀਤਾ ਹੈ ਸ਼ਿੰਗਾਰ ਪਤੀ ਨੂੰ ਪ੍ਰਵਾਨ ਨਹੀਂ, ਕਿਉਂਕਿ ਪਤੀ ਨੇ ਉਹਨੂੰ ਛੱਡ ਦਿੱਤਾ ਹੈ। ਇਸ ਤਰ੍ਹਾਂ ਜਿਹੜਾ ਮਨਮੁਖ ਹੈ, ਉਹ ਦੇਖਣ ਨੂੰ ਤਾਂ ਧਾਰਮਿਕ ਕਰਮ ਕਰਦਾ ਹੈ, ਪਰ ਪਰਮਾਤਮਾ ਦੀ ਦਰਗਾਹ 'ਚ ਉਹਦੇ ਪ੍ਰਵਾਨ ਨਹੀਂ ਹੁੰਦੇ, ਕਿਉਂਕਿ ਮਨਮੁਖ ਹੈ। ਜਿਵੇਂ ਦੁਹਾਗਣ ਦਾ ਸਰੀਰ 'ਤੇ ਕੀਤਾ ਹੋਇਆ ਸ਼ਿੰਗਾਰ ਉਹਦੇ ਪਤੀ ਨੂੰ ਚੰਗਾ ਨਹੀਂ ਲੱਗਦਾ, ਇਸ ਤਰ੍ਹਾਂ ਮਨਮੁਖ ਦੇ ਕੀਤੇ ਧਾਰਮਿਕ ਕਰਮ ਵੀ ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ। ਫਿਰ ਇਹੋ ਜਾਂਦੇ ਸੇਜੈ ਕੰਤ ਨ ਆਵੇ, ਨਿਤ ਨਿਤ ਹੋਏ ਖੁਆਰ। ਉਹਦੇ ਹਿਰਦੇ ਰੂਪੀ ਸੇਜ 'ਤੇ ਉਹਦਾ ਕੰਤ, ਉਹਦਾ ਪ੍ਰਭੂ ਪਤੀ ਆਉਂਦਾ ਨਹੀਂ ਹੈ, ਇਸ ਲਈ ਉਹ ਖੁਆਰ ਹੁੰਦੀ ਰਹਿੰਦੀ। ਹਾਰ ਸ਼ਿੰਗਾਰ ਵੀ ਕੀਤਾ, ਪਰ ਪ੍ਰਭੂ ਪਤੀ ਆਇਆ ਹੀ ਨਹੀਂ ਹੈਗਾ, ਇਸ ਲਈ ਵੀ ਇਸ ਤਰ੍ਹਾਂ ਉਹ ਖੁਆਰ ਹੁੰਦੀ ਰਹਿੰਦੀ। ਸੋ ਮਨਮੁਖ ਭਾਵੇਂ ਕਿਹੋ ਜਿਹੇ ਧਾਰਮਿਕ ਕਰਮ ਕਰੀ ਜਾਵੇ, ਉਹ ਸਭ ਲੋਕ ਵਿਖਾਵਾ ਹੁੰਦੇ ਨੇ, ਕਿਉਂਕਿ ਮਨਮੁਖ ਹੈ, ਉਹਦਾ ਵਿਸ਼ਵਾਸ ਤਾਂ ਉਹਨਾਂ 'ਚ ਹੈ ਨਹੀਂ, ਪਰ ਲੋਕ ਲਾਜ ਨੂੰ ਵਿਖਾਵੇ ਦੇ ਤੌਰ 'ਤੇ ਕਰ ਰਿਹਾ ਹੁੰਦਾ ਹੈ। ਇਸ ਲਈ ਉਹ ਫਿਰ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੁੰਦੇ। ਫਿਰ ਕਾ ਮਹਿਲ ਨਾ ਪਾਵੇ, ਨਾ ਦੀਸੈ ਘਰ ਬਾਰ। ਜੋ ਛੁੱਟੜ ਹੈ, ਜੋ ਮਨਮੁਖ ਹੈ, ਉਹਨੂੰ ਪ੍ਰਭੂ ਪਤੀ ਦਾ ਮਹਿਲ ਨਹੀਂ ਪ੍ਰਾਪਤ ਹੁੰਦਾ, ਅਤੇ ਨਾ ਉਹਨੂੰ ਪਰਮਾਤਮਾ ਦਾ ਘਰ ਬਾਰ ਦਿਸਦਾ, ਕਿਉਂਕਿ ਮਨਮੁਖ ਹੈ, ਆਪਣੀ ਮਰਜ਼ੀ ਕਰਦੇ ਜੀ। ਇਸ ਲਈ ਪਰਮਾਤਮਾ ਨੂੰ ਚੰਗਾ ਹੀ ਨਹੀਂ ਲੱਗਦਾ। ਇਸ ਲਈ ਨਾ ਪਰਮਾਤਮਾ ਉਹਦੇ ਕੋਲ ਆਉਂਦਾ ਹੈ, ਨਾ ਉਹਨੂੰ ਪਰਮਾਤਮਾ ਦਾ ਮਹਿਲ ਪ੍ਰਾਪਤ ਹੁੰਦਾ ਹੈ, ਨਾ ਹੀ ਮਹਿਲ ਦੇ ਦਰਸ਼ਨ ਹੁੰਦੇ ਨੇ। ਭਾਈ ਰੇ ਇੱਕ ਮਨ ਨਾਮ ਧਿਆਏ। ਹੇ ਭਾਈ, ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਦਾ ਨਾ,
ਸੰਤਾਂ ਸੰਗਤ ਮਿਲ ਰਹਿ, ਜਪ ਰਾਮ ਨਾਮ ਸੁਖ ਪਾਏ। ਅਤੇ ਸੰਤਾਂ ਦੀ ਸੰਗਤ 'ਚ ਜਿਹੜਾ ਮਿਲ ਕੇ ਰਹਿੰਦਾ ਹੈ, ਭਾਵ ਜੋ ਸੰਤਾਂ ਦੀ ਸੰਗਤ ਕਰਦਾ ਹੈ, ਜਪ ਰਾਮ ਨਾਮ, ਉਹ ਪਰਮਾਤਮਾ ਦਾ ਨਾਮ ਜਪ ਕੇ ਸੁਖ ਪਾਏ, ਉਹਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਲਈ ਸਿੱਖ ਧਰਮ 'ਚ ਸਤ ਸੰਗਤ ਦੀ ਬਹੁਤ ਮਹਾਨਤਾ ਦਿੱਤੀ ਗਈ ਹੈ। ਸਾਧੂ ਮਿਲ ਜੇ ਉਹਦੀ ਸੰਗਤ ਕਰੋ, ਗੁਰੂ ਮਿਲ ਜੇ ਉਹਦੀ ਸੰਗਤ ਕਰੋ। ਕੁਝ ਦਿਨ ਸੰਗਤ ਕਰਨ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਸਾਧੂ ਹੈ ਕਿ ਸਾਨੂੰ ਰੱਬ ਨਾਲ ਜੋੜਦਾ। ਜੇ ਤੇ ਵਾਕਈ ਜੋੜ ਰਿਹਾ ਫਿਰ ਤਾਂ ਉਹਦੀ ਸੰਗਤ ਕਰੋ। ਜੇ ਦੇਖਿਆ ਵੀ ਨਹੀਂ, ਇਹਦੀ ਭਾਵਨਾ ਕੁਛ ਹੋਰ ਹੈ, ਫਿਰ ਉਹਦੀ ਸੰਗਤ ਛੱਡ ਦਿਓ। ਕਿਉਂਕਿ ਸਾਧੂ ਦਾ ਕੰਮ ਤੇ ਨਾਮ ਜਪਣਾ ਅਤੇ ਜਪਾਉਣਾ ਹੁੰਦਾ ਹੈ। ਜਿਹੜਾ ਮੁਕਤੀ ਹੈ ਉਹ ਤੇ ਗੁਰੂ ਦਿੰਦਾ। ਸਾਧੂ ਦਾ ਕੰਮ ਹੈ ਨਾਮ ਜਪਣਾ ਅਤੇ ਦੂਜਿਆਂ ਤੋਂ ਨਾਮ ਜਪਵਾਉਣਾ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰ ਧਾਰ। ਜੋ ਗੁਰਮੁਖ ਹੁੰਦਾ ਉਹ ਤੇ ਸਦੇ ਸੁਹਾਗਣ। ਪਿਰ ਰਾਖਿਆ ਉਰ ਧਾਰ, ਪਿਰ ਪਤੀ ਭਾਵ ਪਰਮਾਤਮਾ, ਔਰ ਹੁੰਦਾ ਹਿਰਦਾ, ਧਾਰ ਹੁੰਦਾ ਟਿਕਾ ਕੇ। ਜਿਹੜੀ ਸੁਹਾਗਣ ਹੁੰਦੀ ਹੈ, ਗੁਰਮੁਖ ਨੂੰ ਸੁਹਾਗਣ ਕਿਹਾ ਗਿਆ, ਮਨਮੁਖ ਨੂੰ ਦੁਹਾਗਣ ਕਿਹਾ ਗਿਆ। ਉਹ ਗੁਰਮੁਖ ਹੈ, ਉਹ ਸੁਹਾਗਣ ਹੈ, ਉਹ ਆਪਣੇ ਪ੍ਰਭੂ ਪਤੀ ਨੂੰ ਹਿਰਦੇ 'ਚ ਵਸਾ ਕੇ ਰੱਖਦੀ ਹੈ। ਹੋਰ ਕੀ ਕਰਦੀਆਂ ਹੋ? ਮਿੱਠਾ ਬੋਲੇ ਨਿਵ ਚੱਲੇ, ਸੇਜੈ ਰਵੈ ਪਧਾਰ। ਉਹ ਮਿੱਠਾ ਬੋਲਦੀਆਂ ਨੇ, ਨਿਮਰਤਾ ਨਾਲ ਚਲਦੀਆਂ ਨੇ, ਅਤੇ ਆਪਣੇ ਸੇਜ, ਆਪਣੇ ਹਿਰਦੇ 'ਤੇ ਪਧਾਰ, ਪਤੀ ਦਾ ਪਿਆਰ ਮਾਣਦੀਆਂ ਹੈ, ਪਤੀ ਦਾ ਪਿਆਰ ਮਾਣਦੀਆਂ। ਨਹੀਂ, ਸੁਹਾਗਣੀ ਬਹੁਵਚਨ। ਅੱਗੇ ਗੁਰਮੁਖ ਸਦਾ ਸੁਹਾਗਣੀ। ਜਦੋਂ ਆਪਾਂ ਲਿਖਾਂਗੇ ਸੁਹਾਗਣੀ, ਅਨੰਨ ਬਿਹਾਰੀ ਬਿੰਦੀ ਲਾ ਕੇ ਲਿਖਾਂਗੇ। ਬਿਨਾਂ ਬਿੰਦੀ ਤੋਂ ਸੁਹਾਗਣੀ ਇੱਕ ਵਚਨ ਹੈ, ਬਿੰਦੀ ਲਾ ਕੇ ਲਿਖਾਂਗੇ ਬਹੁਵਚਨ ਹੋ ਜਾਏਗਾ। ਇਹ ਬਹੁਵਚਨ ਹੈ ਕਿਉਂਕਿ ਅੱਗੇ ਹੈ ਨਾ ਮਿੱਠਾ ਬੋਲੇ, ਨਹੀਂ ਤਾਂ ਹੁੰਦਾ ਮਿੱਠਾ ਬੋਲੇ ਹੋਣਾ ਸੀ। ਜੋ ਗੁਰਮੁਖ ਹਨ ਉਹ ਸਦਾ ਸੁਹਾਗਣੀਆਂ ਹਨ, ਕਿਉਂਕਿ ਆਪਣੇ ਪ੍ਰਭੂ ਪਤੀ ਨੂੰ ਹਿਰਦੇ 'ਚ ਵਸਾ ਕੇ ਰੱਖਦੀਆਂ ਨੇ। ਇੱਕ ਇਹ ਦੂਸਰਾ ਮਿੱਠਾ ਬੋਲੇ, ਮਿੱਠਾ ਬੋਲਦੀਆਂ ਨੇ, ਕੌੜਾ ਨਹੀਂ ਬੋਲਦੀ। ਨਿਵ ਚੱਲੇ, ਨਿਮਰਤਾ ਧਾਰਨ ਕਰਦੀਆਂ। ਸੇਜੈ ਰਵੈ ਪਧਾਰ, ਫਿਰ ਜਿਹੜਾ ਪ੍ਰਭੂ ਉਹਨਾਂ ਦਾ ਪ੍ਰਭੂ ਪਤੀ ਹੈ ਉਹਨਾਂ ਨੂੰ ਪਿਆਰ ਕਰਦਾ। ਸੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੇਤ ਅਪਾਰ। ਉਹ ਸੁਹਾਗਣ ਜਿਹੜੀਆਂ ਗੁਰੂ ਨੂੰ ਬਹੁਤ ਪਿਆਰ ਕਰਦੀਆਂ। ਹੇਤ ਹੁੰਦਾ ਪਿਆਰ। ਸੋਭਾਵੰਤੀ, ਉਹ ਸੋਭਾਵੰਤੀ ਹਨ, ਉਹਨਾਂ ਨੂੰ ਸੋਭਾ ਮਿਲਦੀ ਹੈ, ਉਹਨਾਂ ਦੀ ਵਡਿਆਈ ਹੁੰਦੀ। ਫਿਰ ਅੱਗੇ ਕਹਿੰਦੇ ਪੂਰੇ ਭਾਗ ਸਤਿਗੁਰ ਮਿਲੇ, ਜਾਂ ਭਾਗੈ ਕਾ ਉਦੋ ਹੋਏ। ਅੰਤਰੋਂ ਹਾਹੇ ਤੇ ਟਿੱਪੀ, ਅੰਤਰੋਂ ਦੁੱਖ ਭਰਮ ਘਟਿਐ। ਇਹਨੂੰ ਭਰਮ ਨਹੀਂ ਪੜ੍ਹਨਾ, ਇਹ ਹਿੰਦੀ ਦਾ ਇਸ ਲਈ ਭਰਮ। ਇਹਨੂੰ ਤੇਜ਼ੀ ਨਾਲ ਪੜ੍ਹਨਾ, ਤਾਂ ਪੈਰ 'ਚ ਰਾਰਾ ਪਾਇਆ। ਜੇ ਰਾਰਾ ਪੂਰਾ ਹੁੰਦਾ ਭਰਮ, ਫਿਰ ਪੰਜਾਬੀ ਦਾ ਹੋ ਜਾਣਾ ਸੀ।
ਕਿਉਂਕਿ ਭਰਮ ਅਤੇ ਭਰਮ ਮੀਨਿੰਗ ਇੱਕੋ, ਇੱਕ ਹਿੰਦੀ ਦਾ, ਇੱਕ ਪੰਜਾਬੀ ਦੇ, ਬਸ ਇੰਨੇ ਫਰਕ ਹੈ। ਅੰਤਰੋਂ ਦੁੱਖ ਭਰਮ ਕਟਿਐ, ਸੁਖ ਪ੍ਰਾਪਤ ਹੋਏ। ਗੁਰ ਕੈ ਭਾਣੈ ਜੋ ਚੱਲੈ, ਦੁੱਖ ਨ ਪਾਵੈ ਕੋਈ। ਪੂਰੇ ਭਾਗ ਸਤਿਗੁਰ ਮਿਲਿਆ। ਗੁਰੂ ਵੀ ਪੂਰੇ ਭਾਗਾਂ ਨਾਲ ਮਿਲਦਾ, ਬਦ ਕਿਸਮਤ ਨੂੰ ਗੁਰੂ ਵੀ ਨਹੀਂ ਮਿਲਦਾ। ਜਿਹਨੂੰ ਗੁਰੂ ਮਿਲਦਾ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ। ਤੇ ਕਦੋਂ? ਜਾਂ ਭਾਗੈ ਕਾ ਉਦੋ ਹੋਏ। ਉਦੋ ਹੁੰਦਾ ਚੜ੍ਹਨਾ, ਜਿਵੇਂ ਸੂਰਜ ਉਦੈ ਹੋ ਗਿਆ, ਚੜ੍ਹ ਗਿਆ, ਭਾਵ ਕਿਸਮਤ ਦਾ ਜਾਗਣਾ। ਪੂਰੇ ਭਾਗਾਂ ਨਾਲ ਜਦੋਂ ਕਿਸਮਤ ਜਾਗਦੀ ਹੈ ਨਾ, ਫਿਰ ਗੁਰੂ ਦਾ ਮੇਲ ਹੁੰਦਾ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ 20ਵੀਂ ਵਾਰੀ ਗੰਗਾ ਦਾ ਇਸ਼ਨਾਨ ਕਰਕੇ ਵਾਪਸ ਆ ਰਹੇ, ਅੰਬਾਲੇ ਦੇ ਕੋਲ ਇੱਕ ਪਲਾਣਾ ਪਿੰਡ ਹੈ, ਉੱਥੇ ਧਰਮਸ਼ਾਲਾ ਬਣੀ ਸੀ ਯਾਤਰੀਆਂ ਲਈ, ਉੱਥੇ ਠਹਿਰੇ ਨੇ। ਉਹਦਾ ਇੰਚਾਰਜ ਪੰਡਿਤ ਸਿੰਘ। ਆਪ ਜੀ ਰੋਟੀ ਪਾਣੀ ਖਾ ਕੇ ਲੇਟ ਗਏ ਨੇ, ਨੀਂਦ ਆ ਗਈ ਹੈ। ਪੰਡਿਤ ਅੰਦਰੋਂ ਨਿਕਲਿਆ, ਉਹਨੇ ਦੇਖਿਆ ਵੀ ਪੈਰ ਦੇ ਵਿੱਚ ਤਾਂ ਪਦਮ ਹੈ, ਅਤੇ ਪਦਮ ਹਿੰਦੂ ਧਰਮ ਅਨੁਸਾਰ ਜਾਂ ਤਾਂ ਬਹੁਤ ਵੱਡਾ ਰਾਜਾ ਹੋਵੇ, ਜਿਹਨੂੰ ਚੱਕਰਵਰਤੀ ਰਾਜਾ ਕਹਿੰਦੇ, ਉਹਦੇ ਪੈਰ 'ਚ ਹੁੰਦਾ, ਜਾਂ ਫਿਰ ਕਿਸੇ ਅਵਤਾਰ ਗੁਰੂ ਦੇ ਪੈਗੰਬਰ ਦੇ ਪੈਰ 'ਚ ਹੁੰਦਾ। ਉਹਨੇ ਪਹਿਰਾਵਾ ਦੇਖਿਆ ਵੀ ਨਹੀਂ, ਰਾਜਾ ਤੇ ਨਹੀਂ, ਕੋਈ ਪੀਰ ਫਕੀਰ ਹੋਣਾ। ਪੰਡਿਤ ਨੇ ਮੱਥਾ ਟੇਕਦਾ। ਜਦੋਂ ਚਰਨਾਂ 'ਤੇ ਮੱਥਾ ਟੇਕਿਆ, ਗੁਰੂ ਮਹਾਰਾਜ ਜਾਗੇ ਨੇ। ਕਹਿੰਦੇ, ਪੰਡਿਤ ਜੀ, ਮੱਥਾ ਤਾਂ ਮੈਂ ਤੁਹਾਨੂੰ ਟੇਕਣਾ ਸੀ, ਤੁਸੀਂ ਮੈਨੂੰ ਟੇਕਤਾ ਹੈ। ਪੰਡਿਤ ਕਹਿੰਦਾ ਵੀ ਬਜ਼ੁਰਗੋ, ਤੁਹਾਡੇ ਪੈਰ 'ਚ ਹੈਗਾ ਪਦਮ। ਇਹ ਪਦਮ ਵੱਡੇ ਵੱਡੇ ਰਾਜੇ ਮਹਾਰਾਜੇ ਦੇ ਪੈਰ 'ਚ ਹੁੰਦਾ, ਅਤੇ ਜਾਂ ਫਿਰ ਬਹੁਤ ਵੱਡੇ ਸਾਧੂ ਦੇ ਪੈਰ 'ਚ ਹੁੰਦਾ। ਮੈਂ ਤਾਂ ਮੱਥਾ ਟੇਕਿਆ। ਕਹਿੰਦੇ, ਪੰਡਿਤ ਜੀ, ਨਾ ਮੈਂ ਰਾਜਾ ਅਤੇ ਨਾ ਮੈਂ ਸਾਧੂ। ਉਹ ਕਹਿੰਦੇ, ਇਹ ਕਿਵੇਂ ਹੋ ਸਕਦਾ? ਵੀ ਇਹ ਕਿਵੇਂ ਹੋ ਸਕਦਾ? ਗੱਲਾਂ ਬਾਤਾਂ ਲੱਗ ਗਏ ਕਰਨ। ਗੱਲਾਂ ਬਾਤਾਂ ਕਰਦੇ ਕਰਦੇ ਪੰਡਿਤ ਜੀ ਨੂੰ ਪਤਾ ਲੱਗਾ ਕਿ ਬਾਬਾ ਅਮਰਦਾਸ ਜੀ ਨਿਗੋਰੇ ਹਨ। ਉਹ ਕਹਿੰਦਾ, ਓਹੋ ਬਜ਼ੁਰਗੋ, ਤੁਹਾਡੇ ਭਾਗਾਂ 'ਚ ਬਹੁਤ ਵੱਡਾ ਸੰਤ ਮਹਾਤਮਾ ਬਣਨਾ ਲਿਖਿਆ ਹੋਇਆ, ਪਰ ਤੁਸੀਂ ਨਿਗੋਰੇ ਹੋ, ਇਸ ਲਈ ਤੁਹਾਡੇ ਭਾਗ ਨਹੀਂ ਜਾਗੇ। ਤੁਸੀਂ ਗੁਰੂ ਧਾਰਨ ਕਰ ਲਓ, ਫਿਰ ਦੇਖੋ ਤੁਹਾਡੇ ਭਾਗ ਜਾਗਦੇ। ਇਸ ਲਈ ਕਈ ਵਾਰੀ ਭਾਗਾਂ 'ਚ ਕੋਈ ਚੀਜ਼ ਹੁੰਦੀ ਹੈ, ਪਰ ਜਿੰਨਾ ਚਿਰ ਭਾਗ ਜਾਗਣੀ ਨਾ, ਉਹ ਚੀਜ਼ ਨਹੀਂ ਮਿਲਦੀ। ਸੋ ਇਸ ਲਈ ਗੁਰੂ ਵੀ ਫਿਰ ਉਦੋਂ ਮਿਲਦਾ ਹੈ ਜਦੋਂ ਭਾਗ ਜਾਗਦੇ ਨੇ, ਫਿਰ ਵੱਡੇ ਭਾਗ ਹੁੰਦੇ ਨੇ, ਫਿਰ ਗੁਰੂ ਨਾਲ ਮੇਲ ਹੁੰਦਾ ਹੈ। ਫਿਰ ਕੀ ਹੁੰਦਾ? ਅੰਤਰੋਂ ਦੁੱਖ ਭਰਮ ਘਟਿਐ, ਸੁਖ ਪ੍ਰਾਪਤ ਹੋਏ। ਅੰਦਰੋਂ ਫਿਰ ਦੁੱਖ ਭਰਮ ਖਤਮ ਹੋ ਜਾਂਦਾ ਹੈ। ਐਕਚੁਅਲੀ ਧਰਮ ਕਹਿੰਦਾ ਦੁੱਖ ਹੈ ਹੀ ਭਰਮ ਕਾਰਨ। ਭਰਮ ਅਗਿਆਨਤਾ ਕਾਰਨ ਹੈ, ਭਰਮ ਕਾਰਨ ਹੀ ਦੁੱਖ ਹੈ। ਗਿਆਨਵਾਨ ਨੂੰ ਭਰਮ ਹੁੰਦਾ ਹੀ ਨਹੀਂ, ਇਸ ਲਈ ਦੁਖੀ ਹੁੰਦਾ ਹੀ ਨਹੀਂ। ਅਸੀਂ ਅਗਿਆਨੀ ਹਾਂ, ਇਸ ਲਈ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਜਿਵੇਂ ਮੰਨ ਲਓ, ਉਦਾਹਰਨ ਵੀ ਗੁਰਬਾਣੀ ਦਿੱਤੀ ਕਿ ਵਿਹੜੇ ਦੇ ਵਿੱਚ ਰੱਸੀ ਪਈ ਹੈ, ਮੂੰਹ ਹਨੇਰਾ, ਮਾਲਕ ਬਾਹਰ ਨਿਕਲਿਆ ਵਿਹੜੇ 'ਚ, ਉਹਨੂੰ ਭਰਮ ਹੋ ਗਿਆ ਵੀ ਇਹ ਤਾਂ ਸੱਪ ਹੈਗੀ ਰੱਸੀ, ਪਰ ਭਰਮ ਹੈ ਵੀ ਤੇ ਸੱਪ ਹੈ। ਇਸ ਲਈ ਕੋਈ ਸੋਟਾ ਲੱਭਣ ਦੀ ਜਾਂ ਹੋਰ ਚੀਜ਼ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਚਾਨਣ ਹੁੰਦਾ ਹੈ, ਫਿਰ ਉਹਨੂੰ ਪਤਾ ਵੀ ਓਹੋ, ਇਹ ਤਾਂ ਰੱਸੀ ਸੀ, ਮੈਂ ਊਂ ਹੀ ਡਰਦਾ ਰਿਹਾ। ਧਰਮ ਕਹਿੰਦਾ ਡਰ ਸਿਰਫ ਭਰਮ ਕਾਰਨ ਹੈ।
ਜਦੋਂ ਅੰਦਰ ਭਰਮ ਹੀ ਕੋਈ ਨਹੀਂ, ਫਿਰ ਡਰ ਨਹੀਂ ਹੁੰਦਾ। ਜਦੋਂ ਅੰਦਰ ਇਸ ਤਰ੍ਹਾਂ ਹੋ ਜਾਏਗਾ ਨਾ ਕਿ ਜੋ ਕੁਛ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ, ਉਹਦੇ ਹੁਕਮ ਤੋਂ ਬਿਨਾਂ ਮੇਰੇ ਨਾਲ ਕੁਛ ਹੋ ਹੀ ਨਹੀਂ ਸਕਦਾ, ਡਰ ਖਤਮ ਹੋ ਜਾਂਦਾ। ਡਰ ਖਤਮ ਹੋ ਜਾਂਦਾ ਕਿ ਜੋ ਹੋਣਾ ਉਹ ਤਾਂ ਫਿਰ ਹੋ ਕੇ ਹੀ ਰਹਿਣਾ, ਜੋ ਹੋਣਾ ਉਹ ਹੋ ਕੇ ਹੀ ਰਹਿਣਾ ਹੈ। ਉਹ ਕਹਿੰਦਾ ਚੰਗਾ ਫਿਰ ਹੋ ਲੈਣ ਦਿਓ। ਇਸ ਲਈ ਅੰਦਰੋਂ ਫਿਰ ਭਰਮ ਕਾਰਨ ਜੋ ਦੁੱਖ ਸੀ ਉਹ ਖਤਮ ਹੋ ਜਾਂਦਾ ਅਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਕੈ ਭਾਣੇ ਜੋ ਚੱਲੈ, ਦੁੱਖ ਨਾ ਪਾਵੈ ਕੋਈ। ਜਿਹੜਾ ਵੀ ਗੁਰੂ ਦੇ ਭਾਣੇ ਅਨੁਸਾਰ ਚੱਲਦਾ ਹੈ, ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਫਿਰ ਉਹਨੂੰ ਦੁੱਖ ਨਹੀਂ ਹੁੰਦਾ। ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਤੇ ਗੁਰੂ ਦੀ ਮਰਜ਼ੀ ਅਨੁਸਾਰ ਚੱਲ ਰਿਹਾ ਹੈ। ਉਹ ਸਹੀ ਕਰਮ ਕਰ ਰਿਹਾ ਹੈ, ਸਹੀ ਕਰਮਾਂ ਦਾ ਸਹੀ ਨਤੀਜਾ ਨਿਕਲਦਾ ਹੈ। ਜੇ ਕਰਮ ਹੀ ਗਲਤ ਹੋ ਗਏ ਨਾ, ਫਿਰ ਨਤੀਜਾ ਵੀ ਗਲਤ ਹੀ ਨਿਕਲੇਗਾ। ਅੱਗੇ ਕਹਿੰਦੇ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਜੇ ਪਾਵੈ ਕੋਇ। ਜਿਨ੍ਹਾਂ ਪ੍ਰਾਪਤ ਤਿਨ ਪੀਆ, ਹਉਮੈ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ ਹੈ, ਇਹ ਨਾਮ ਅੰਮ੍ਰਿਤ ਉਸ ਨੂੰ ਮਿਲਦਾ ਹੈ। ਸਹਜੇ ਪਾਵੈ ਕੋਈ। ਜਿਹੜਾ ਵੀ ਕੋਈ ਗੁਰੂ ਦੇ ਭਾਣੇ ਅਨੁਸਾਰ ਚੱਲਦਾ, ਉਹਨੂੰ ਸਹਿਜੇ ਹੀ ਇਸ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਪ੍ਰਾਪਤ ਤਿਨ ਪੀਆ, ਫਿਰ ਜਿਨ੍ਹਾਂ ਨੂੰ ਇਹ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਇਹ ਇਸ ਅੰਮ੍ਰਿਤ ਨੂੰ ਪੀਂਦੇ ਹਨ। ਹਉਮੈ ਵਿੱਚੋਂ ਖੋਏ, ਅਤੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੈ। ਹੇ ਭਾਈ, ਗੁਰਮੁਖ ਬਣ ਕੇ ਨਾਮ ਜਪਣਾ ਚਾਹੀਦਾ, ਸੱਚ ਮਿਲਾਵਾ ਹੋਏ, ਫਿਰ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ। ਗੁਰਮੁਖ ਬਣ ਕੇ ਨਾਮ ਜਪਣਾ, ਗੁਰੂ ਦੇ ਆਖੇ ਲੱਗ ਕੇ ਨਾਮ ਜਪਣਾ, ਆਪਣੀ ਮਰਜ਼ੀ ਨਹੀਂ ਕਰਨੀ। ਜਿੰਨਾ ਯੂਥ ਜੋ ਗਏ ਸਨ ਦਿੱਲੀ, ਅਗਰ ਇਹ ਲੀਡਰਾਂ ਦੇ ਅਨੁਸਾਰ ਚੱਲਦੇ ਤਾਂ ਹਾਲ ਨਹੀਂ ਸੀ ਹੋਣਾ ਜੋ ਹੋਇਆ। ਮਨ ਮਰਜ਼ੀ ਕੀਤੀ, ਸਾਰੀ ਖੇ ਕਰ ਲਈ। 2 ਮਹੀਨਿਆਂ 'ਚ ਜੋ ਖੱਟਿਆ ਸੀ ਸਾਰਾ 2-4 ਘੰਟਿਆਂ 'ਚ ਖੇ ਕਰ ਲਿਆ, ਮਨ ਮਰਜ਼ੀ ਕਰਕੇ। ਇਸ ਲਈ ਗੁਰੂ ਦੇ ਭਾਣੇ 'ਚ ਚੱਲਣਾ ਚਾਹੀਦਾ। ਜਿਵੇਂ ਬਾਣੀ ਕਹਿੰਦੀ ਉਵੇਂ ਕਰਮ ਕਰਨੇ ਚਾਹੀਦੇ। ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਉੱਥੇ ਹੀ ਸਿਆਪਾ ਖੜ੍ਹਾ ਹੁੰਦਾ ਹੈ। ਉੱਥੇ ਫਿਰ ਜੇਲ੍ਹਾਂ 'ਚ ਜਾਣਾ ਪੈਂਦਾ ਹੈ, ਉੱਥੇ ਪੁਲਿਸ ਤੋਂ ਕੁੱਟ ਖਾਣੀ ਪੈਂਦੀ ਹੈ, ਫਿਰ ਬਦਨਾਮੀ ਹੁੰਦੀ ਹੈ। ਹੁਣ ਗੁਰੂ ਮਹਾਰਾਜ ਕਹਿੰਦੇ ਵੀ 10 ਨੌਂ ਦੀ ਕਿਰਤ ਕਰੋ। ਕਿੰਨੇ ਕਿੰਨੇ ਪੰਜਾਬ 'ਚ ਲੋਕ ਜਿਹੜੇ 10 ਨੌਂ ਦੀ ਕਿਰਤ ਕਰਨ ਵਾਲੇ ਨੇ ਜੀ, ਵਿਰਲੇ ਟਾਵੇਂ ਨੇ। ਜਿੱਥੇ ਕੋਈ ਬੈਠਾ ਜੋ ਵੀ ਕਰ ਰਿਹਾ, ਜਿੰਨੀ ਵੀ ਉਸ ਤੋਂ ਠੱਗੀ ਠੋਰੀ ਉਸ ਦੀ ਕਰਦਾ ਹੈ। ਅਤੇ ਜਿਹੜਾ ਨਹੀਂ ਨਾ ਅਜੇ ਕੁਛ ਕਰ ਰਿਹਾ, ਇਹਦਾ ਮਤਲਬ ਐਸੇ ਥਾਂ 'ਤੇ ਲੱਗਿਆ ਜਿੱਥੇ ਖਾਣ ਨੂੰ ਕੁਛ ਹੈ ਹੀ ਨਹੀਂ। ਸਾਡੇ ਵਰਗੇ 37 ਸਾਲ ਟੀਚਰ ਹੈ, ਖਾਣ ਨੂੰ ਹੀ ਕੁਝ ਨਹੀਂ ਸੀ। ਜਵਾਕਾਂ ਦੀ ਫੀਸ ਵੀ ਕਈ ਵਾਰੀ ਆਪ ਭਰਦੇ ਸੀ, ਆਪਣੇ ਕੋਲੋਂ ਫੀਸ ਭਰ ਦੇਣੀ ਵੀ ਇੰਨਾ ਫੀਸ, ਜੇ ਨਾ ਭਰੀ ਨਾਮ ਕੱਟ ਜਾਏਗਾ। ਪਹਿਲਾਂ ਨਾਮ ਕੱਟਣ 'ਤੇ ਲੱਗੇ ਰਹੋ, ਫਿਰ ਉਹਨੂੰ ਦਾਖਲ ਕਰਨ 'ਤੇ ਲੱਗੇ ਰਹੋ ਵੀ ਆਪਣੇ ਕੋਲੋਂ ਭਰ ਦਿਓ, ਜਿਹੜੀ 98 ਰੁਪਈਆ 2 ਰੁਪਈਏ ਦੇਣੇ ਹੋਏ ਦੇ ਦੇਗਾ, ਨਹੀਂ ਨਾ ਸੀ। ਸੋ ਇਸ ਲਈ
ਹੁਣ ਮੇਰੇ ਵਰਗਾ ਮੈਂ ਜੀ ਬੜਾ ਇਮਾਨਦਾਰ ਹਾਂ ਜੀ। ਹੁੰਦਾ ਤੂੰ PWD 'ਚ, ਹੁੰਦਾ ਤੂੰ FCI 'ਚ, ਇਹੋ ਜਿਹੇ ਮਹਿਕਮੇ ਹੁੰਦਾ ਤੂੰ ਐਕਸਾਈਜ਼ ਦੇ ਵਿੱਚ, ਫਿਰ ਪਤਾ ਲੱਗਦਾ ਤੂੰ ਕਿੰਨਾ ਕੁ ਇਮਾਨਦਾਰ ਹੈ। ਗਿੱਦੜ ਡਿੱਗ ਪਿਆ ਟੋਏ ਕੋਲੋਂ, ਕੋਈ ਲੰਘਿਆ, ਉਹ ਕਹਿੰਦਾ ਟੋਏ 'ਚ ਕੀ ਕਰਦੇ? ਕਹਿੰਦਾ ਯਾਰ ਦਾ ਘਰ ਹੈ ਜੀ, ਘਰ। ਸੋ ਇਸ ਲਈ ਜਿਨ੍ਹਾਂ ਨੂੰ ਖਾਣ ਨੂੰ ਕੁਝ ਨਹੀਂ ਹੈਗਾ ਉਹ ਕਹੀ ਜਾਂਦੇ ਨੇ ਹਾਂਜੀ। ਸਵਾਲ ਤਾਂ ਹੈ ਕਿ ਖਾਣ ਨੂੰ ਬਹੁਤ ਹੋਵੇ ਅਤੇ ਤੁਸੀਂ ਫਿਰ ਵੀ ਨਾ ਖਾਓ। ਇਹ ਹੈ ਦਸਾਂ ਨਹੁੰ ਦੀ ਕਿਰਤ। ਫਿਰ ਪਤਾ ਲੱਗਦਾ। ਇਸ ਲਈ ਮੈਂ ਦੇਖਿਆ ਬਹੁਤ ਹੀ ਘੱਟ ਲੋਕ ਨੇ ਜਿਹੜੇ ਦਸਾਂ ਨਹੁੰ ਦੀ ਕਿਰਤ ਕਰਦੇ ਹਨ। ਆਲਾ ਜਾਟੀ ਲੈ ਲਓ, ਮੈਂ ਜਾਟੀ ਹਾਂ। ਗੁਆਂਢੀਆਂ ਦੀ 4-4 ਇੰਚ ਵਾਟੀ ਵੱਢੀ ਜਾਣੀ, ਦੱਸ ਸਾਂਝੀ ਵੱਟਦੀ ਨੇ। ਹਰ ਸਾਲ ਤਗੜਾ ਜੱਟ ਰਿਹਾ, ਮਾੜੇ ਦੇ 2 ਇੰਚ ਵੱਢ ਲੈਂਦਾ ਵੀ ਮੇਰੀ ਜਿਹੜੀ ਹੈ ਜ਼ਮੀਨ 2 ਇੰਚ ਹੋਰ ਚੌੜੀ ਹੋ ਜਾਏ। ਇਹ ਦਸਾਂ ਨਹੁੰ ਦੀ ਕਿਰਤ ਹੈ। ਕੀ ਉਹ ਕਹਿ ਸਕਦਾ ਮੈਂ ਦਸਾਂ ਨਹੁੰ ਦੀ ਕਿਰਤ ਕਰ? ਤੂੰ ਤਾਂ ਵਾਟੀ ਵੱਢੀ ਜਾਂਦਾ। ਇਸ ਲਈ ਬਹੁਤ ਘੱਟ ਲੋਕ ਨੇ। ਇਸੇ ਲਈ ਅਸੀਂ ਪੁਰਾਣੇ ਸਿੱਖਾਂ ਦੇ ਪੈਰਾਂ ਵਰਗੇ ਵੀ ਨਹੀਂ। ਹੋਰ ਤਾਂ ਗੱਲ ਛੱਡੋ, ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ। ਇਸ ਲਈ ਦੁੱਖ ਹੀ ਦੁੱਖ ਜ਼ਿੰਦਗੀ 'ਚ ਹੋ ਗਏ। ਜੇਲਾਂ ਭਰ ਗਈਆਂ ਨੇ, ਕਚਹਿਰੀਆਂ ਕੁਰਬਲ ਕਰਦੀਆਂ, ਥਾਣੇ 'ਚ ਕਿੰਨੇ ਹੀ ਲੋਕ ਫਿਰ ਰਹੇ ਹੁੰਦੇ ਨੇ। ਕਿਸੇ ਨਾਲ ਬੇਇਨਸਾਫੀ ਹੋ ਗਈ ਹੈ, ਉਹ ਵੀ ਗਿਆ ਵਿਚਾਰਾ, ਜਿਹਨੇ ਕੀਤੀ ਹੈ ਉਹਨੂੰ ਫੜ ਲਿਆ ਪੁਲਿਸ ਵਾਲੇ। ਸਾਰੇ ਪਾਸੇ ਅਫਰਾ ਤਫਰੀ ਮਚੀ ਹੋਈ ਹੈ। ਗੁਰੂ ਦੇ ਆਖੇ ਤਾਂ ਲੱਗਦੇ ਕੋਈ ਨਹੀਂ ਹੈ। ਇਸ ਲਈ ਤਾਂ ਵਾਰੀ ਕਹਿੰਦੇ ਭਾਈ ਗੁਰਮੁਖ ਬਣੋ। ਤਾਂ ਅੱਗੇ ਕਹਿੰਦੇ ਜਾ ਫਿਰ ਜਾਣੈ ਆਪਣਾ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਉਂਦੀਆਂ, ਸਈ ਕਰਮ ਕਰੇ, ਸਹਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਜਾਂ ਜਿਹੜੀ ਜੀਵ ਇਸਤਰੀ ਆਪਣੇ ਪਤੀ ਨੂੰ ਜਾਣ ਲੈਂਦੀ ਹੈ, ਆਪਣਾ ਤਨ ਅਤੇ ਮਨ ਉਹਨੂੰ ਅਰਪਣ ਕਰ ਦਿੰਦੀ, ਅੱਗੇ ਧਰਨਾ ਅਰਪਣ ਕਰ ਦਿੰਦੀ, ਆਪਣਾ ਤਨ ਮਨ ਉਸ ਨੂੰ ਅਰਪਣ ਕਰ ਦਿੰਦੀ ਹੈ। ਅਤੇ ਉਹ ਕਿਹੜੇ ਕਰਮ ਕਰਦੀ ਹੈ? ਸੁਹਾਗਣੀ ਕਰਮ ਕਮਾਉਂਦੀਆਂ, ਸਹੀ ਕਰਮ ਕਰੇ। ਉਹ ਕੰਮ ਕਰਦੀ ਹੈ ਜਿਹੜੇ ਸੁਹਾਗਣਾ ਕਰਦੀਆਂ। ਜਿਹੜੀਆਂ ਸੁਹਾਗਣਾ ਹਨ, ਜੋ ਗੁਰਮੁਖ ਹਨ, ਉਹ ਜੋ ਕਰਮ ਕਰਦੇ ਨੇ ਉਹ ਕਰਮ ਕਰਦੇ ਹੋ। ਮਨਮੁਖਾਂ ਵਾਲੇ ਨਹੀਂ ਕਰਦੇ, ਦੁਹਾਗਣਾ ਵਾਲੇ ਨਹੀਂ ਕਰਦੇ, ਸੁਹਾਗਣਾ ਵਾਲੇ ਕਰਦੀ ਹੈ, ਗੁਰਮੁਖਾਂ ਵਾਲੇ ਕਰਦੀ ਹੈ। ਫਿਰ ਕੀ ਹੁੰਦਾ? ਸਹਿਜੇ ਸਾਚ ਮਿਲਾਵੜਾ, ਸਹਿਜ ਹੀ ਪਰਮਾਤਮਾ ਦੇ ਨਾਲ ਉਹਦਾ ਮੇਲ ਹੋ ਜਾਂਦਾ ਹੈ। ਸਾਚ ਵਡਾਈ ਦੇ, ਅਤੇ ਪਰਮਾਤਮਾ ਉਹਨੂੰ ਫਿਰ ਵਡਿਆਈ ਬਖਸ਼ਿਸ਼ ਕਰਦਾ ਹੈ। ਸੱਚ ਨਾਲ ਉਹਦਾ ਮੇਲ ਹੋ ਜਾਂਦਾ ਹੈ ਅਤੇ ਪਰਮਾਤਮਾ ਉਹਨੂੰ ਵਡਿਆਈ ਬਖਸ਼ਿਸ਼ ਕਰਦਾ ਹੈ, ਵਡਿਆਈ ਦਿੰਦਾ ਹੈ। ਫਿਰ ਇਹ ਨਹੀਂ ਯੁੱਗਾਂ ਤੱਕ ਵਡਿਆਈ ਹੁੰਦੀ ਰਹਿੰਦੀ ਹੈ, ਯੁੱਗਾਂ ਤੱਕ। ਸਤਯੁੱਗ ਦੇ ਵਿੱਚ 2 ਜਵਾਕ ਹੋਏ, ਧਰੂਪ ਭਗਤ ਅਤੇ ਪ੍ਰਹਿਲਾਦ। ਅੱਜ ਤੱਕ ਦੁਨੀਆ ਨਾਮ ਜਾਣਦੀ। ਅਤੇ ਪੰਚਮ ਪਾਤਸ਼ਾਹ ਕਹਿੰਦੇ ਨਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਉਦਾਹਰਨ ਦਿੱਤੀ, ਕਹਿੰਦੇ ਇਸ ਤਰ੍ਹਾਂ ਨਾਮ ਜਪੋ ਜਿਵੇਂ ਉਹਨਾਂ 2 ਜਵਾਕਾਂ ਨੇ ਜਪਿਆ। ਨਾਮ ਵਗੈਰਾ ਹਮੇਸ਼ਾ ਇਸ ਤਰ੍ਹਾਂ ਫਿਰ ਪਰਮਾਤਮਾ ਵਡਿਆਈ ਬਖਸ਼ਦਾ ਹੈ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ।
ਹੈ ਭਾਈ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਨਿਗੁਰਾ ਕੋਈ ਭਗਤੀ ਨਹੀਂ ਕਰਦਾ, ਨਿਗੁਰੇ ਦੀ ਭਗਤੀ ਪ੍ਰਵਾਨੀ ਨਹੀਂ ਹੁੰਦੀ। ਇਸ ਲਈ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਅਤੇ ਬਿਨ ਗੁਰ ਭਗਤ ਨਾ ਪਾਈਏ, ਬਿਨਾਂ ਗੁਰੂ ਤੋਂ ਭਗਤੀ ਪ੍ਰਾਪਤ ਨਹੀਂ ਹੁੰਦੀ। ਜੇ ਲੋਚੇ ਸਭ ਕੋਇ, ਭਾਵੇਂ ਹਰ ਇੱਕ ਚਾਹੇ, ਪਰ ਗੁਰੂ ਤੋਂ ਬਿਨਾਂ ਭਗਤੀ ਪ੍ਰਾਪਤ ਹੀ ਨਹੀਂ ਹੁੰਦੀ। ਨਿਰਾ ਚਾਹੁਣ ਨਾਲ ਕੀ ਹੈ? ਨਿਰਾ ਗੁਰੂ ਧਾਰਨ ਕਰਨ ਨਾਲ ਵੀ ਨਹੀਂ ਹੁੰਦਾ। ਇੱਕ ਬੱਚਾ ਸਕੂਲ 'ਚ ਦਾਖਲ ਹੋ ਗਿਆ ਹੈ, ਨਿਰਾ ਸਕੂਲ 'ਚ ਦਾਖਲ ਹੋਣ ਨਾਲੋਂ ਪਾਸ ਨਹੀਂ ਹੋ ਜਾਏਗਾ। ਕਦੋਂ ਹੋਏਗਾ? ਜਦੋਂ ਟੀਚਰ ਉਹਨੂੰ ਪੜ੍ਹਾਏਗਾ ਅਤੇ ਉਹ ਟੀਚਰ ਦੇ ਆਖੇ ਲੱਗ ਕੇ ਪੜ੍ਹਾਈ ਕਰੇਗਾ, ਫਿਰ ਪਾਸ ਹੋਏਗਾ। ਨਿਰਾ ਗੁਰੂ ਧਾਰਨ ਕਰ ਲੈਣ ਨਾਲ ਵੀ ਗੱਲ ਨਹੀਂ ਬਣਦੀ, ਜਿੰਨਾ 'ਚ ਅਸੀਂ ਗੁਰੂ ਦੇ ਆਖੇ ਨਾ ਲੱਗੀਏ। ਉਹ ਹੈ ਭਗਤੀ। ਗੁਰੂ ਨੂੰ ਪਿਆਰ ਕਰਨਾ, ਗੁਰੂ ਦੇ ਆਖੇ ਲੱਗਣਾ, ਅਸਲ ਵਿੱਚ ਇਹੀ ਭਗਤੀ ਹੈ। ਇਸ ਲਈ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। 184 ਫੇਰ ਭਇਆ, ਕਾਮੜ ਦੂਜੇ ਭਾਏ, ਬਿਨ ਗੁਰ ਨੀਂਦ ਨਾ ਆਵੇ, ਦੁਖੀ ਖੱਖੇ ਨੂੰ ਪਿਆਰੀ ਬਿੰਦੇ, ਦੁਖੀ ਰੈਣ ਵਿਹਾਏ, ਬਿਨ ਸ਼ਬਦੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾਏ। 184 ਫੇਰ ਪਿਆ, ਕਾਮਣ ਦੂਜੇ ਪਾਏ। ਉਹ ਜੀਵ ਇਸਤਰੀ ਜਿਹੜੀ ਰੱਬ ਨੂੰ ਛੱਡ ਕੇ ਦੂਜੇ ਪਾਏ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਭਾਵ ਮਨੁੱਖ ਰੱਬ ਨੂੰ ਪਿਆਰ ਨਹੀਂ ਕਰਦਾ, ਮਾਇਆ ਨੂੰ ਪਿਆਰ ਕਰਦਾ ਹੈ। ਫਿਰ ਕੀ ਹੁੰਦਾ? 184 ਫੇਰ ਪਿਆ। ਉਹਨੂੰ 84 ਲੱਖ ਜੂਨੀਆਂ ਦਾ ਚੱਕਰ ਕੱਟਣਾ ਪੈਂਦਾ। ਫਿਰ ਕਦੇ ਕਿਸੇ 'ਚ, ਕਦੇ ਕਿਸੇ 'ਚ, ਕਦੇ ਕਿਸੇ 'ਚ। ਬਿਨ ਗੁਰ ਨੀਂਦ ਨਾ ਆਵੇ, ਦੁਖੀ ਰਹਿਣ ਵਿਹਾਏ। ਉਸ ਕਾਮਣ ਨੂੰ ਗੁਰੂ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਦੁੱਖਾਂ ਦੇ ਵਿੱਚ ਉਹਦੀ ਸਾਰੀ ਰਾਤ ਬੀਤ ਜਾਂਦੀ ਹੈ। ਦੁਖੀ ਦੁੱਖਾਂ ਵਿੱਚ ਰਹਿਣ, ਰਾਤ ਭਾਵ ਜੀਵਨ, ਵਿਹਾਏ ਮੈਨੇ ਬੀਤ ਜਾਣਾ। ਉਹਦਾ ਸਾਰਾ ਜੀਵਨ ਰੂਪੀ ਰਾਤ ਦੁੱਖਾਂ ਵਿੱਚ ਹੀ ਬੀਤ ਜਾਂਦੀ ਹੈ। ਕਈ ਮੇਰੇ ਕੋਲ ਆਉਂਦੇ ਨੇ, ਸੁਪਨੇ ਬੜੇ ਭੈੜੇ ਆਉਂਦੇ ਨੇ ਜੀ, ਸੁਪਨਿਆਂ 'ਚ ਗੰਦਮੰਦ ਦਿਸਦਾ ਜੀ, ਆਹ ਹੈ ਜੀ, ਉਹ ਹੈ ਜੀ, ਪਰ ਨੀਂਦ ਵੀ ਚੱਜ ਨਾਲ ਨਹੀਂ ਆਉਂਦੀ। ਬਿਨ ਸ਼ਬਦੈ ਪਿਰ ਨਾ ਪਾਈਏ, ਬਿਰਥਾ ਜਨਮ ਗਵਾਏ। ਬਿਨਾਂ ਪਰਮਾਤਮਾ ਦਾ ਨਾਮ ਜਪਿਆ ਪ੍ਰਭੂ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ। ਅਤੇ ਜੇ ਉਹਦੀ ਪ੍ਰਾਪਤੀ ਨਾ ਹੋਈ, ਬਿਰਥਾ ਜਨਮ ਗਵਾਏ। ਮਨੁੱਖ ਵਿਅਰਥ ਜਨਮ ਗਵਾ ਕੇ ਤੋਂ ਚਲਿਆ ਜਾਂਦਾ ਹੈ, ਉਹਦਾ ਜੀਵਨ ਹੀ ਵਿਅਰਥ ਗਿਆ। ਇਸ ਲਈ ਇਹ ਮਨੁੱਖਾ ਜੀਵਨ ਨਾਮ ਜਪਣ ਲਈ ਮਿਲਿਆ ਹੈ। ਨਾਮ ਜਪਦਿਆਂ ਜਪਦਿਆਂ ਅੰਦਰਲੀ ਸੋਚ ਉੱਚੀ ਹੁੰਦੀ ਜਾਂਦੀ ਹੈ। ਜੋ ਜੋ ਸੋਚ ਉੱਚੀ ਹੁੰਦੀ ਜਾਂਦੀ ਹੈ, ਮਨੁੱਖ ਗਲਤ ਕੰਮ ਛੱਡਦਾ ਜਾਂਦਾ ਹੈ, ਛੱਡਦਾ ਜਾਂਦਾ। ਕਿਉਂ? ਗਲਤ ਕੰਮ ਕਦੋਂ ਮਨੁੱਖ ਕਰਦਾ? ਜਦੋਂ ਉਹਦੀ ਸੋਚ ਨੀਵੀਂ ਹੈ। ਜਦੋਂ ਸੋਚ ਹੀ ਘਟੀਆ ਤਾਂ ਕਰਮ ਵਧੀਆ ਨਹੀਂ ਕਰ ਸਕਦਾ। ਬਾਣੀ ਪੜ੍ਹ ਕੇ, ਨਾਮ ਜਪ ਕੇ, ਸਤ ਸੰਗਤ ਕਰਕੇ ਸੋਚ ਉੱਚੀ ਹੁੰਦੀ ਹੈ। ਜਿਉਂ ਜਿਉਂ ਸੋਚ ਉੱਚੀ ਹੋਈ ਜਾਂਦੀ ਹੈ, ਮਨੁੱਖ ਘਟੀਆ ਕਰਮ ਆਪਣੇ ਆਪ ਹੀ ਛੱਡ ਜਾਂਦਾ। ਇਸ ਲਈ ਕਹਿੰਦੇ ਨਾਮ ਜਪਣਾ ਤਾਂ ਜੋ ਅਸੀਂ ਸੁੱਖ ਦਾ ਜੀਵਨ ਬਤੀਤ ਕਰ ਸਕੀਏ ਅਤੇ ਅਖੀਰ ਨੂੰ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਏ, ਜਨਮ ਵਿਅਰਥ ਨਾ ਜਾਵੇ। ਹਉ ਕਰਤੀ ਜਗ ਫਿਰੀ, ਨਾ ਤਨ ਸੰਪੈ ਨਾਲ, ਅੰਧੀ ਨਾਮ ਨ ਚੇਤੀ, ਸਭ ਬਾਂਧੀ ਜਮ ਕਾਲ। ਸਤਿਗੁਰ ਮਿਲਿਆ ਧਨ ਪਾਇਆ, ਹਰ ਨਾਮਾ ਹਿਰਦੈ ਸੰਭਾਲ। ਹਉ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਮੈਂ ਕਰ ਰਿਹਾ, ਹੰਕਾਰ 'ਚ ਫਿਰ ਰਿਹਾ, ਸਾਰੇ ਸੰਸਾਰ 'ਚ ਫਿਰ ਰਿਹਾ ਵੀ ਮੈਂ ਹੋਰ ਧਨ ਕਮਾ ਲਾਂ, ਮੈਂ ਹੋਰ ਧਨ ਕਮਾ ਲਾਂ। ਆ ਬਹੁਤੀ ਬਾਹਰ ਦੁਨੀਆ ਸਿਰਫ ਹੋਰ ਧਨ ਕਮਾਉਣ ਲਈ ਜਾਂਦੀ ਹੈ।
ਕੁਝ ਤਾਂ ਐਸੇ ਨੇ ਜਿਹੜੇ ਵਾਕਈ ਲੋੜਵੰਦ ਨੇ, ਇਸ ਲਈ ਬਾਹਰ ਜਾਂਦੇ ਨੇ। ਕਈ ਮੇਰੇ ਕੋਲ ਆਉਂਦੇ ਨੇ, ਚੰਗੀਆਂ ਨੌਕਰੀਆਂ 'ਤੇ ਲੱਗੇ, ਮੀਆਂ ਬੀਬੀ ਦੋਨੋਂ ਨੌਕਰੀਆਂ ਕਰਦੇ ਨੇ, ਜ਼ਮੀਨ ਜਾਇਦਾਦ ਵੀ ਕੋਲ ਹੈਗੀ, ਫਿਰ ਵੀ ਬਾਹਰ ਜਾਣਾ। ਮੈਂ ਤੁਸੀਂ ਕਿਉਂ ਚੱਲੇ ਹੋ ਜੀ? ਮੈਂ ਪੁੱਛਿਆ ਤੁਸੀਂ ਕਿਉਂ ਚੱਲੇ? ਕਹਿੰਦੇ ਜੀ ਹੋਰ ਪੈਸੇ ਕਮਾਵਾਂਗੇ। ਮੈਂ ਨਾ ਕਦੇ ਬਾਣੀ ਨਹੀਂ ਪੜ੍ਹੀ ਨਾ ਵੀ ਨਾਲ ਲੈ ਜਾਓਗੇ ਪੈਸਿਆਂ ਨੂੰ, ਇੱਥੇ ਹੀ ਰਹਿ ਰੂ ਜਾਣੇ। ਕਿੰਨਾ ਕੁ ਮਨੁੱਖ ਦਾ ਜੀਵਨ ਲੰਮਾ ਹੋ। ਹਾਂ ਕਰਤੀ ਜਗ ਫਿਰੀ, ਸਾਰੇ ਸੰਸਾਰ 'ਚ ਫਿਰੀ ਗਏ, ਹੋਰ ਪੈਸਾ ਕਮਾਵਾਂ, ਹੋਰ ਪੈਸਾ ਕਮਾਵਾਂ। ਨਾ ਧਨ ਸੰਪੈ ਨਾਲ, ਸੰਪੈ ਹੁੰਦਾ ਸੰਪਤੀ, ਜਾਇਦਾਦ, ਪ੍ਰਾਪਰਟੀ। ਨਾ ਧਨ ਨੇ ਨਾਲ ਜਾਣਾ ਅਤੇ ਨਾ ਫਿਰ ਜਾਇਦਾਦ ਨੇ ਨਾਲ ਜਾਣਾ। ਹਾਂ ਕਰਦੇ ਸਾਰਾ ਜੀਵਨ ਬਤੀਤ ਹੈ, ਨਾਮ ਜਪੇ ਹੀ ਨਹੀਂ। ਕਿਉਂਕਿ ਜਦੋਂ ਮਨੁੱਖ ਦੇ ਅੰਦਰ ਧਨ ਦਾ ਇੱਕ ਵਾਰੀ ਲਾਲਸਾ ਪੈਦਾ ਹੋ ਜਾਏ ਨਾ, ਫਿਰ ਨਹੀਂ ਮਨ ਰੱਜਿਆ ਕਰਦਾ, ਫਿਰ ਇਹ ਰਾਜਦਾ ਨਹੀਂ ਹੁੰਦਾ, ਫਿਰ ਹੋਰ ਚਾਹੀਦਾ। ਮੈਂ ਜਦੋਂ ਆਉਂਦੇ ਮੇਰੇ ਕੋਲ ਅਰਦਾਸਾਂ ਕਰਨ, ਮੈਂ ਬੜਾ ਹੈਰਾਨ ਹੁੰਦਾ ਇਹਨਾਂ ਲੋਕਾਂ ਦੀ ਸੋਚ 'ਤੇ, ਵੀ ਇਹਨਾਂ ਸਵਾਏ ਭਟਕਣ ਦੇ ਹੋਰ ਕੁਛ ਨਹੀਂ ਹੈ। ਅੱਧੀ ਉਮਰ ਤੁਸੀਂ ਇੱਥੇ ਬਤੀਤ ਕਰ ਲਈ ਹੈ। ਸੋ ਤਾਂ ਕਹਿੰਦੇ ਅੰਧੀ ਨਾਮ ਨਾ ਚੇਤੀ, ਸਭ ਬਾਂਧੀ ਜਮ ਕਰ। ਅੰਧੀ ਭਾਵ ਅਗਿਆਨੀ, ਇਹ ਜੀਵ ਅਗਿਆਨੀ ਹੈ, ਨਾਮ ਨਹੀਂ ਜਪਦਾ, ਨਾਮ ਨਹੀਂ ਜਪਦਾ। ਨਾਮ ਜਪੇ ਨੂੰ ਭਟਕਣ ਦੀ ਲੋੜ ਹੀ ਨਹੀਂ। ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਨਾਮ ਨੇ ਉਸ 'ਚ ਬਰਕਤ ਪਾ ਦੇਣੀ ਹੈ। ਦੇਖੋ ਉੱਤੋਂ ਕੁਛ ਨਹੀਂ ਡਿੱਗਿਆ ਕਰਦਾ, ਇਹ ਖਿਆਲ ਰੱਖਣਾ। ਪਰਮਾਤਮਾ ਦੇ ਸਬਬ ਬਣਾਉਂਦਾ, ਬਸ ਉਹਨੇ ਤੁਹਾਨੂੰ ਅਮੀਰ ਕਰ ਲਈ ਜਾਂ ਗਰੀਬ ਕਰ ਲਈ, ਸਬਬ ਕਾਰਨ ਬਣਾਉਣਾ। ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਜੋ ਵੀ ਕੰਮ ਕਰ ਰਹੇ ਉਸੇ 'ਚ ਹੀ ਬਰਕਤ ਹੋਣੀ ਸ਼ੁਰੂ ਹੋ ਜਾਏਗੀ, ਉਸੇ 'ਚ ਹੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਮੈਂ ਬਿਨਾਂ ਨਾਮ ਜਪੇ ਵੀ MA ਕੀਤੀ ਹੈ, ਨਾਮ ਜਪ ਕੇ ਵੀ ਕੀਤੀ ਹੈ। ਜਦ ਦੂਜੀ MA ਮੈਂ ਨਾਮ ਜਪ ਕੇ ਕੀਤੀ, ਪਹਿਲੀ ਨਾਲੋਂ ਵੱਧ ਨੰਬਰ ਆਏ। ਤੀਜੀ MA ਮੈਂ ਨਾਮ ਜਪ ਕੇ ਜਦੋਂ ਕੀਤੀ, ਦੂਜੀ ਨਾਲ ਵੱਧ ਨੰਬਰ ਆਏ। ਚੌਥੇ ਜਦੋਂ MAd ਨਾਮ ਜਪ ਕੇ ਕੀਤੀ, ਉਹ ਤਿੰਨਾਂ ਨਾਲ ਹੀ ਵੱਧ ਆ ਗਏ। ਪਰ ਕਹਿੰਦੇ ਇਹਦਾ ਪਾਠ ਹੀ ਕਰੇ, ਨਾਮ ਹੀ ਜਪੀ ਜਾਂਦਾ, ਉਹ ਬਰਕਤ ਪਾਉਂਦਾ ਨਾਮ। ਤੁਸੀਂ ਜੋ ਯਾਦ ਕੀਤਾ ਨਾ, ਪਰਮਾਤਮਾ ਉਸੇ 'ਚ ਪੇਪਰ ਸੈੱਟ ਕਰ ਦਿੰਦਾ ਵੀ ਆਹ ਲਵਾਂ ਜਗ੍ਹਾ। ਉਹ ਪੇਪਰ ਹੀ ਉਸ 'ਚ ਪਾ ਦੇਗਾ ਵੀ ਹਾਂ ਮੇਰੀ ਭਜਨ ਬੰਦਗੀ ਕਰਨ ਵਾਲੇ ਆਹ ਸਵਾਲ ਇੰਪੋਰਟੈਂਟ ਸਮਝ ਕੇ ਕੀਤੇ ਨੇ ਯਾਦ, ਇਸੇ 'ਚ ਪੇਪਰ ਪਾ ਦਿਓ, ਚੱਲ ਨਿਬੜਿਆ ਕੰਮ। ਇਸ ਲਈ ਪਰ ਮੈਂ ਕਿਸੇ ਵਿਦਿਆਰਥੀ ਨੂੰ ਇਹ ਨਹੀਂ ਕਹਿੰਦਾ ਕਿ ਉਹ ਭਜਨ ਬੰਦਗੀ ਛੱਡ ਕੇ ਨਾਮ ਜਪੀ ਜਾਵੇ, ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ। ਆਪਣਾ ਕਰਮ ਹੈ, ਉਹ ਕਰਦੇ ਰਹਿਣਾ ਹੈ। ਕੁਝ ਛੱਡ ਕੇ ਭਜਨ ਬੰਦਗੀ ਕਰਨ ਦੀ ਲੋੜ ਨਹੀਂ। ਜੋ ਤੁਸੀਂ ਕਰਮ ਕਰ ਰਹੇ ਹੋ ਕਰੀ ਚੱਲੋ, ਪਰ ਨਾਲ ਨਾਮ ਜਪੋ, ਫਿਰ ਬਰਕਤ ਹੁੰਦੀ ਜਾਵੇਗੀ। ਕਈ ਆ ਜਾਂਦੇ ਨੇ ਜੀ, ਜੇ ਖੇਤੀਬਾੜੀ ਕਰਦੇ ਆ ਬਰਕਤ ਨਹੀਂ ਹੁੰਦੀ ਜੀ ਕੋਈ। ਮੈਂ ਕਦੇ ਕੋਈ ਭਜਨ ਬੰਦਗੀ ਕੀਤੀ ਹੈ, ਕੋਈ ਬਾਣੀ ਪੜ੍ਹੀ ਹੈ, ਕੋਈ ਨਾਮ ਜਪਿਆ, ਕਿ ਸ਼ਰਾਬਾ ਪੀ ਕੇ ਬਸ ਬੱਕਰੇ ਬੁਲਾਈ ਜਾਂਦੇ ਨੇ ਜੀ। ਅਤੇ ਬਰਕਤ ਕਾਹਦੀ ਹੋਵੇ? ਜੋ ਕਮਾਇਆ ਸ਼ਰਾਬ ਪੀ ਕੇ ਉਜਾੜ ਦਿਆ। ਮਜ਼ਦੂਰ ਹੈ, ਸਾਰਾ ਦਿਨ ਲਾ ਕੇ 400-500 ਰੁਪਏ ਕਮਾਇਆ, ਮਿੱਟੀ ਦਾ ਮਿੱਟੀ ਹੋ ਕੇ ਜਾਂਦਿਆਂ ਸ਼ਰਾਬ ਪੀ ਕੇ ਵਿੱਚ 100 ਦੀ। ਇਹੋ ਜਿਹੇ ਕਦੇ ਵੀ ਅਮੀਰ ਨਹੀਂ ਹੋ ਸਕਦੇ, ਕਦੇ ਵੀ ਅਮੀਰ ਨਹੀਂ ਹੋ ਸਕਦੇ। ਉਹਨਾਂ ਨੂੰ ਸੋਝੀ ਹੀ ਨਹੀਂ ਕਿ ਅਸੀਂ ਕਿਵੇਂ ਅਮੀਰ ਹੋ ਸਕਦੇ ਹਾਂ। ਉਹ ਬਾਰਡਰ 'ਤੇ ਬੈਠੇ ਸ਼ਰਾਬਾਂ ਪੀ ਰਹੇ ਨੇ, ਭੁੱਕੀ ਖਾ ਰਹੇ ਨੇ, DJ ਵਜਾ ਰਹੇ ਨੇ, ਡਾਂਸ ਕਰ ਰਹੇ ਨੇ। ਦੱਸ ਤੁਸੀਂ ਇੱਥੇ ਕਿਤੇ ਵਿਆਹ 'ਚ ਆਏ ਹੋਏ ਹੈਂ? ਟਰੱਕਾਂ ਦੇ ਟਰੱਕ ਸ਼ਰਾਬ ਦੇ ਉਹਦੇ ਉੱਥੇ
ਆਲੇ ਕਹਿੰਦਾ ਲੱਗਣ ਇਸ ਪਾਸੇ। ਕਿਤੇ 2 ਮਹੀਨਿਆਂ 'ਚ ਪੰਜਾਬ ਵੈਸ਼ਨੂ ਹੀ ਨਾ ਕਿਤੇ ਹੋ ਜਾਏ। ਇਹਨਾਂ ਨੂੰ ਵੈਸ਼ਨੂ ਨਹੀਂ ਰਹਿਣ ਦੇਣਾ, ਇਹਨਾਂ ਲਾਈ ਰੱਖਣਾ, ਬਰਬਾਦ ਕਰਕੇ ਹੀ ਹਟਣਾ ਇਹਨਾਂ ਨੂੰ। ਹੈਰਾਨੀ ਦੀ ਗੱਲ, ਪੇਟੀਆਂ ਦੀ ਪੇਟੀ ਮਿਲਦੀ, ਪੇਟੀ ਦੀ ਪੇਟੀ, ਟਰੱਕ ਆਉਂਦੇ ਸ਼ਰਾਬ, ਪਤਾ ਨਹੀਂ ਕੌਣ ਲੈਂਦੇ ਅਤੇ ਕੌਣ ਨਹੀਂ ਲੈਂਦੇ। ਭੁੱਕੀ ਵੀ ਲੈ ਲਓ ਜੀ, ਮੁੱਲ ਨਹੀਂ, ਲੈ ਲਓ ਜੀ। ਕੋਈ ਕੌਲੀ ਚੱਕੀ ਜਾਂਦਾ, ਕੋਈ ਬਾਟੀ ਚੱਕੀ ਜਾਂਦਾ। ਕੀ ਇਹਨਾਂ ਕੀ ਸਵਾਦ ਤਰੱਕੀ ਕਰਨੀ। ਚਾਹੇ ਸਰਕਾਰ ਕਣਕ 3000 ਕੁਇੰਟਲ ਕਿਉਂ ਨਾ ਖਰੀਦਣ ਲੱਗ ਜਾਏ ਹਿਸਾਬ ਨਾਲ, ਇਹਨਾਂ ਇਹੀ ਹਾਲ ਰਹਿਣਾ। ਉਨੀ ਇਹਨਾਂ ਵੱਧ ਪੀ ਜਾਣੀ। ਇਹਨਾਂ ਬਚਾਉਣਾ ਬਚਾਉਣਾ ਕੋਈ ਨਹੀਂ, ਉਨੀ ਵੱਧ ਪੀ ਜਾਣੀ। ਬੱਲੇ ਬੱਲੇ ਬੱਲੇ, ਉੱਥੇ ਦੇ ਉੱਥੇ ਹੀ ਰਹਿਣਾ ਨੇ। ਮੈਨੂੰ ਮੈਂ ਜੱਟਾਂ 'ਚ ਪੈਦਾ, ਇਹੀ ਦੇਖਿਆ ਮੈਂ, ਤਮਾਸ਼ੇ ਦੇ ਵੇਖਦੇ ਰਹਿਣਾ। ਇਹਨਾਂ ਦੀ ਆਮਦਨ ਵੱਧਦੀ, ਫਿਰ ਜ਼ਿਆਦਾ ਪੀਂਦੇ ਨੇ ਇਹ। ਉਹ ਤਾਂ ਉੱਥੇ ਹੀ ਰਹਿ ਗਏ ਤੁਸੀਂ। ਚਲੋ ਗੁਰੂ ਮਹਾਰਾਜ ਕਿਰਪਾ ਕਰ। ਅੰਧੇ ਨਾਮ ਨਾ ਚੇਤਈ, ਸਭ ਬੰਧੀ ਜਮ ਕਰ। ਇਹ ਅਗਿਆਨੀ ਜੀਵ ਨੇ, ਇਹ ਨਾਮ ਜਪਦੇ ਨਹੀਂ, ਫਿਰ ਸਾਰਿਆਂ ਨੂੰ ਜਮਾਂ ਨੇ ਬੰਨ੍ਹ ਕੇ ਰੱਖਿਆ ਵੀ ਕਦੋਂ ਸਾਡੇ ਅੜਿੱਕੇ ਆਉਣ ਤੈਨੂੰ ਲੈ ਚਲੀਏ। ਇਹ ਜਮਾਂ ਦੇ ਵੱਸ 'ਚ ਹੁੰਦੇ ਨੇ। ਨਾਮ ਜਪਣ ਵਾਲਾ ਜਮਾਂ ਦੇ ਵੱਸ 'ਚ ਨਹੀਂ ਹੁੰਦਾ। ਨਾਮ ਜਪਣ ਵਾਲੇ ਜਮ ਲੈਣ ਹੀ ਨਹੀਂ ਆਉਂਦੇ। ਜਿਹੜੇ ਨਾਮ ਨਹੀਂ ਜਪਦੇ, ਜਮ ਤੇ ਉਹਨਾਂ ਨੂੰ ਤਾੜਦੇ ਰਹਿੰਦੇ ਨੇ, ਕਦੋਂ ਸਾਡੇ ਅੜਿੱਕੇ ਆਵੇ। ਸਤਿਗੁਰ ਮਿਲਿਆ ਧਨ ਪਾਇਆ, ਹਰ ਨਾਮਾ ਹਿਰਦੈ ਸੰਭਾਲ। ਜਦੋਂ ਗੁਰੂ ਨਾਲ ਮੇਲ ਹੁੰਦਾ, ਫਿਰ ਨਾਮ ਧਨ ਦੀ ਪ੍ਰਾਪਤੀ ਹੁੰਦੀ। ਫਿਰ ਇਹ ਨਾਮ ਜਪਦਾ। ਨਾਮ ਆਪਣੇ ਆਪ 'ਚ ਧਨ ਹੈ। ਜਦੋਂ ਨਾਮ ਜਮ੍ਹਾਂ ਹੋ ਜਾਂਦਾ, ਇਹ ਨਾਮ ਧਨ ਹੈ। ਆਪਾਂ ਪੈਸੇ ਜਮ੍ਹਾਂ ਕਰੀ ਜਾਈਏ, ਸੰਸਾਰਿਕ ਧਨ ਹੈ। ਜਦੋਂ ਆਪਾਂ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਇਹ ਨਾਮ ਧਨ ਫਿਰ ਵਧੀ ਜਾਂਦਾ ਹੈ। ਸਤਿਗੁਰ ਮਿਲਿਆ ਧਨ ਪਾਇਆ। ਗੁਰੂ ਨੂੰ ਮਿਲਣ ਨਾਲ ਫਿਰ ਧਨ ਦੀ ਪ੍ਰਾਪਤੀ, ਨਾਮ ਧਨ ਮਿਲਦਾ। ਹਰ ਨਾਮਾ ਹਿਰਦੈ ਸੰਭਾਲ। ਹਰੀ ਦੇ ਨਾਮ ਨੂੰ ਫਿਰ ਮਨੁੱਖ ਹਿਰਦੇ 'ਚ ਯਾਦ ਕਰਦਾ, ਸੰਭਾਲ ਕੇ ਰੱਖਦਾ, ਭਾਵ ਯਾਦ ਕਰਦਾ ਰਹਿੰਦਾ, ਨਾਮ ਜਪਦਾ ਰਹਿੰਦਾ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ, ਜੋ ਹਰ ਤੁਰ ਛੋੜਿਆ ਲਾਏ। ਨਾਮ ਰਤੇ ਸੇ ਨਿਰਮਲੇ। ਜਿਹੜੇ ਨਾਮ 'ਚ ਰੰਗੇ ਗਏ ਉਹ ਪਵਿੱਤਰ ਹੋ ਗਏ, ਕਿਉਂਕਿ ਨਾਮ ਨੇ ਅੰਦਰ ਹੀ ਸਾਰੀ ਮੈਲ ਹੀ ਧੋ ਦੇਣੀ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਵੇਂ। ਨਾਮ ਜਪੀ ਜੋ ਅੰਦਰਲੀ ਸਾਰੀ ਮੈਲ ਇਸਨੇ ਲਾ ਦੇਣੀ ਹੈ। ਮਨ ਪਵਿੱਤਰ ਸ਼ੁੱਧ ਹੋ ਜਾਣਾ। ਪਵਿੱਤਰ ਮਨ ਫਿਰ ਕਦੇ ਵੀ ਘਟੀਆ ਕਰਮ ਨਹੀਂ ਕਰਦਾ। ਇਹ ਮਨੁੱਖ ਘਟੀਆ ਕਰਮ ਉਹਨਾਂ ਚਿਰ ਹੀ ਕਰਦਾ ਜਿੰਨਾ ਚਿਰ ਮਨ ਅਪਵਿੱਤਰ ਹੁੰਦਾ ਹੈ। ਵਧੀਆ ਜਾਂ ਘਟੀਆ ਕਰਮਾਂ ਦਾ ਸੰਬੰਧ ਪੜ੍ਹਾਈ ਨਾਲ ਨਹੀਂ ਹੈ। ਕਿਤੇ ਕੋਈ ਸੋਚੇ ਜਿਹੜਾ ਬਹੁਤ ਪੜ੍ਹਿਆ ਲਿਖਿਆ ਉਹ ਚੰਗੇ ਕੰਮ ਕਰੇਗਾ। ਨੋ, ਜਿਹਦਾ ਮਨ ਮੈਲਾ ਹੈ, ਚਾਹੇ ਉਹ ਕਿੰਨੇ ਹੀ ਪੜ੍ਹਿਆ ਹੋਇਆ, ਉਹ ਘਟੀਆ ਕੰਮ ਹੀ ਕਰੇਗਾ ਪੜ੍ਹਾਈ ਦੇ ਬਾਵਜੂਦ। ਅਤੇ ਜਿਹਦਾ ਮਨ ਸਾਫ਼ ਹੈ ਨਾ, ਉਹ ਅਨਪੜ੍ਹ ਹੋਣ ਦੇ ਬਾਵਜੂਦ ਘਟੀਆ ਕੰਮ ਨਹੀਂ ਕਰੇਗਾ। ਇਹ ਮਤ ਸੋਚੋ ਕਿ ਅਸੀਂ ਪੜ੍ਹ ਲਿਖ ਕੇ ਸਿਆਣੇ ਹੋ ਜਾਵਾਂਗੇ ਜੀ। ਛੋਟੇ ਦਾ ਪ੍ਰਚਾਰ ਇਹੀ ਕੀਤਾ ਜਾਂਦਾ ਸੀ, ਤੁਸੀਂ ਪੜ੍ਹੋ ਕਾਕਾ, ਪੜ੍ਹ ਲਿਖ ਕੇ ਤੁਸੀਂ ਸਿਆਣੇ ਹੋ ਜਾਓਗੇ, ਹੋਰ ਕੁਛ ਹੋ ਗਏ। ਜਿੰਨਾ ਗੰਦ ਪੜ੍ਹਿਆ ਲਿਖਿਆ ਨੇ ਹੁਣ ਸਮਾਜ 'ਚ ਪਾਇਆ, ਇਹਨਾਂ ਅਨਪੜ੍ਹਾਂ ਨੇ ਨਹੀਂ ਸੀ ਪਾਇਆ। ਅਨਪੜ੍ਹ ਇੰਨਾ ਗੰਦ ਨਹੀਂ ਸੀ ਪਾਇਆ ਜਿੰਨਾ ਹੁਣ ਪੜ੍ਹਿਆ ਲਿਖਿਆ ਨੇ ਪਾਤਾ। ਇਹ ਐਵੇਂ ਭੁਲੇਖਾ ਹੈ। ਮੈਨੂੰ ਟੀਚਰ ਯਾਦ ਆਉਂਦੇ, ਉਹਨੂੰ ਵਿਚਾਰੇ ਕਹਿਣੇ ਸੀ, ਜੇ ਤਾਂ ਕਿਤੇ ਕਾਕਾ ਪੜ੍ਹੋ, ਪਾਸ ਹੋ ਜਾਏ, ਕੋਈ ਨੌਕਰੀ ਮਿਲੇਗੀ, ਫਿਰ ਤਾਂ ਕੋਈ ਗੱਲ ਸੀ। ਉਹ ਕਹਿੰਦੇ ਪੜ੍ਹੋ, ਪੜ੍ਹਾਈ ਮਨੁੱਖ ਨੂੰ ਸਿਆਣੇ ਬਣਾਉਂਦੀ ਹੈ, ਕੋਈ ਨਹੀਂ ਬਣਾਉਂਦੀ ਸਿਆਣਾ। ਮਨ ਹੀ ਮੈਲਾ, ਚਾਹੇ PhD ਕਰ ਲਓ, ਮਨ ਮੈਲਾ ਹੈ, ਮਨੁੱਖ ਮਾੜੇ ਕੰਮ ਕਰੇਗਾ ਹੀ ਕਰੇਗਾ, ਭਾਵੇਂ ਕਿੰਨਾ ਪੜ੍ਹਿਆ ਲਿਖਿਆ। ਜੇ ਮਨ ਸਾਫ਼ ਹੈ ਤਾਂ ਅਨਪੜ੍ਹ ਬੰਦਾ ਵੀ ਵਧੀਆ ਕਰਮ ਕਰੇਗਾ। ਅਤੇ ਮਨ ਜਿਹੜਾ ਨਾਮ ਜਪਣ ਤੋਂ ਬਿਨਾਂ ਸਾਫ਼ ਨਹੀਂ ਹੁੰਦਾ।
ਸੰਸਾਰਿਕ ਵਿੱਦਿਆ ਮਨ ਨੂੰ ਸਾਫ਼ ਨਹੀਂ ਕਰਦੀ। ਹਾਂ, ਸੰਸਾਰਿਕ ਵਿੱਦਿਆ ਸਾਨੂੰ ਨੌਕਰੀ ਦੇ ਯੋਗ 'ਤੇ ਬਣਾ ਸਕਦੀ ਹੈ, ਕਿਸੇ ਕਾਰੋਬਾਰ ਦੇ ਯੋਗ 'ਤੇ ਬਣਾ ਸਕਦੀ ਹੈ। ਇਹ ਸਾਨੂੰ ਸਿਆਣਿਆਂ ਨਹੀਂ ਬਣਾ ਸਕਦੀ। ਇਸ ਲਈ ਨਾਮ ਰਤੇ ਸੇ ਨਿਰਮਲੇ, ਜਿਹੜੇ ਨਾਮ ਨਾਲ ਰੰਗੇ ਗਏ ਉਹ ਪਵਿੱਤਰ ਹੋ ਗਏ। ਗੁਰ ਕੈ ਸਹਿਜ ਸੁਭਾਏ, ਗੁਰੂ ਨੂੰ ਪਿਆਰ ਕਰਨ ਕਾਰਨ ਉਹ ਸਹਿਜ ਸੁਭਾਅ ਹੀ ਪਿਆਰ ਕਰਦੇ ਕਿ ਨਾਮ 'ਚ ਰੰਗੇ ਗਏ ਅਤੇ ਫਿਰ ਨਿਰਮਲ ਹੋ ਗਏ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ। ਉਹਨਾਂ ਦਾ ਮਨ ਅਤੇ ਤਨ ਪਿਆਰ 'ਚ ਰੰਗਿਆ ਗਿਆ ਹੈ। ਰਾਤਾ ਰੰਗ ਪਿਆਰ, ਰੰਗ ਪਿਆਰ ਵੀ ਹੁੰਦਾ। ਉਹ ਧੁੱਪ ਹੈ, ਨਾਮ ਹੈ ਕਹਿ ਰੰਗ। ਨਾਮ ਨੂੰ ਪਿਆਰ ਕਰਨਾ ਮਨ ਸਾਫ਼ ਹੁੰਦਾ ਹੈ। ਮਨ ਤਨ ਰਾਤਾ ਰੰਗ ਸਿਉ, ਜਦੋਂ ਪਿਆਰ ਨਾਲ ਮਨ ਅਤੇ ਤਨ ਰੰਗਿਆ ਗਿਆ ਨਾ, ਰਸਨਾ ਰਸਨ ਰਸਾਏ। ਅਤੇ ਜਿਹੜੀ ਰਸਨਾ ਹੈ, ਜੀਭ ਹੈ, ਇਹ ਨਾਮ ਰਸ ਨਾਲ ਰਸਦਾਇਕ ਹੋ ਜਾਂਦੀ ਹੈ। ਇਹ ਨਾਮ ਰਸ ਨਾਲ ਰਸਦਾਇਕ ਹੋ ਜਾਂਦੀ ਹੈ। ਨਾਨਕ ਰੰਗ ਨਾ ਉਤਰੇ, ਇਹ ਪਿਆਰ ਦਾ ਰੰਗ ਫਿਰ ਲੈਂਦਾ ਨਹੀਂ ਹੈਗਾ। ਕਿਉਂ? ਜੋ ਹਰ ਤੁਰ ਛੋੜਿਆ ਲਾਏ। ਜਿਹੜਾ ਪਰਮਾਤਮਾ ਨੇ ਤੁਰੋਂ ਹੀ ਪਿਆਰ ਦਾ ਰੰਗ ਲਾਤਾ ਨਾ, ਇਹ ਉਤਰਦਾ ਨਹੀਂ ਹੁੰਦਾ। ਕਿਉਂਕਿ ਪਰਮਾਤਮਾ ਨੇ ਧੁਰ ਹੀ ਮੱਥੇ 'ਤੇ ਲਿਖਤਾ ਸੀ ਕਿ ਤੂੰ ਭਾਈ ਨਾਮ ਜਪੇਂਗਾ। ਫਿਰ ਮਨੁੱਖ ਉਹ ਨਾਮ ਜਪਦਾ ਰਹਿੰਦਾ। ਅਸਲ ਅਸੀਂ ਆਪਣੀ ਕਿਸਮਤ ਦੇ ਅਨੁਸਾਰ ਹੀ ਇੱਥੇ ਆਏ ਹਾਂ। ਸਾਡੀ ਸਿਆਣਪ ਨਹੀਂ ਸਾਨੂੰ ਲੈ ਕੇ ਆਈ, ਸਾਡੀ ਕਿਸਮਤ ਲੈ ਕੇ ਆਈ ਹੈ। ਸਾਡੀ ਕਿਸਮਤ ਹੀ ਸਾਡੀ ਸੋਚ ਬਣਾਉਂਦੀ ਹੈ, ਸਾਡੀ ਕਿਸਮਤ ਹੀ ਸਾਡੀਆਂ ਆਦਤਾਂ ਬਣਾਉਂਦੀ ਹੈ। ਅਸੀਂ ਕਿਸਮਤ ਦੇ ਅਨੁਸਾਰ ਕਰਮ ਕਰਦੇ ਹਾਂ। ਕਿਸਮਤ ਇੰਨੀ ਬਲੀ ਹੈ ਕਿ ਕਈ ਵਾਰੀ ਅਸੀਂ ਸਿਆਣੇ ਦੀ ਗੱਲ ਹੀ ਨਹੀਂ ਮੰਨਦੇ, ਨਾ ਮਾਂ ਪਿਓ ਦੀ ਮੰਨਦੇ ਹਾਂ, ਨਾ ਕਿਸੇ ਗੁਰੂ ਪੀਰ ਦੀ ਮੰਨਦੇ, ਆਪਣੀ ਮਰਜ਼ੀ ਕਰਦੇ, ਕਿਉਂ ਕਿਸਮਤ 'ਚ ਐਸਾ ਲਿਖਿਆ ਹੁੰਦਾ। ਹਾਲਾਂਕਿ ਉਹ ਫਲਾਣੇ ਮੱਤ ਮਾਰੀ ਗਈ, ਕਿਸਮਤ ਮੱਤ ਮਾਰਦੀ ਹੈ। ਉਹੀ ਤਾਂ ਬੰਦਾ ਸਿਆਣਾ ਬਹਿਣਾ ਹੁੰਦਾ। ਕਿਸਮਤ 'ਚ ਲਿਖਿਆ ਹੁੰਦਾ ਕਿ ਇੰਨੇ ਸਾਲ ਤੇਰੀ ਬੱਲੇ 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 ਰਹੇਗੀ, ਉਹ ਦੁਨੀਆ ਆ ਕੇ ਤੇਰੇ ਅੱਗੇ ਝੁਕੇਗੀ। ਵੱਡੇ ਵੱਡੇ ਲੀਡਰ, ਰਾਜੇ ਮਹਾਰਾਜੇ ਆ ਕੇ ਤੈਨੂੰ ਮੱਥਾ ਟੇਕਣਗੇ, ਪਰ ਫਲਾਣੇ ਸੰਨ ਦੇ ਵਿੱਚ ਤੈਨੂੰ ਜੇਲ੍ਹ ਹੋ ਜਾਣੀ। ਇਹ ਕਿਸਮਤ 'ਚ ਲਿਖਿਆ ਹੈ। ਫਿਰ ਉਹ ਬਹਾਨਾ ਬਣਦਾ ਅਤੇ ਫਿਰ ਜੇਲ੍ਹ ਹੋ ਜਾਂਦੀ। ਹੁੰਦਾ ਤਾਂ ਸਿਆਣਾ ਹੀ ਹੈ ਬੰਦਾ। ਕਿਸਮਤ ਮਨੁੱਖ ਦੀ ਮੱਤ ਬਣਾਉਂਦੀ ਹੈ ਵਧੀਆ, ਅਤੇ ਉਹਦੀ ਮੱਤ ਮਾਰਦੀ ਵੀ ਹੈ। ਨਹੀਂ ਤਾਂ ਬੰਦੇ ਤਾਂ ਸਿਆਣੇ ਹੀ ਹੁੰਦੇ ਨੇ, ਸਾਰੀ ਉਮਰ ਸਿੱਖਿਆ ਦਿੱਤੀ ਹੁੰਦੀ ਅਗਲੇ ਨੇ। ਹੁਣ ਦੀ ਕੈਸਟਾਂ ਸੁਣੋ, ਬਹੁਤ ਸਿੱਖਿਆ ਦਿੱਤੀ ਹੋਈ ਹੈ, ਐਸੀ ਗੱਲ ਨਹੀਂ ਹੈ। ਪਰ ਉਹ ਕਿਸਮਤ ਦੇ ਵਿੱਚ ਲਿਖਿਆ ਸੀ, ਕੋਈ ਮਗਰਲਾ ਕੋਈ ਕਰਮ ਐਸਾ ਸੀ ਕਿ ਇਸ ਹੋਊਗਾ, ਐਂ ਹੋਏਗਾ, ਹੋ ਗਿਆ ਬਸ। ਜਿਵੇਂ ਬ੍ਰਦਰ ਕਹਿੰਦਾ, ਉਹਨਾਂ ਦੇ ਮਿੱਤਰ ਸੀ, ਉਹ 3 ਭਰਾ ਸਨ। ਇੱਕ ਉਹਨਾਂ 'ਚ ਸਾਧ ਹੋ ਗਿਆ, 2 ਖੇਤੀਬਾੜੀ ਕਰਦੇ ਰਹੇ। 14 ਸਾਲ ਉਹ ਬਾਹਰ ਰਿਹਾ। ਉਦੋਂ ਚਿੱਠੀ ਪੱਤਰ ਹੁੰਦੇ ਸਨ, ਉਹੀ ਤਾਂ ਕੁਛ ਹੁੰਦਾ ਨਹੀਂ, ਨਾ ਕੋਈ ਚਿੱਠੀ ਪੱਤਰ ਲਿਖਿਆ। ਉਹਨਾਂ ਨੂੰ ਕੋਈ ਪਤਾ ਨਹੀਂ ਸਾਡਾ ਭਰਾ ਜਿਉਂਦਾ ਕਿ ਮਰ ਗਿਆ ਹੈ। 14 ਸਾਲਾਂ ਬਾਅਦ ਕੁਦਰਤੀ ਉਸ ਨੂੰ ਉਸ ਇਲਾਕੇ 'ਚ ਕੰਮ ਸੀ। ਉਹਨੇ ਕਿਹਾ ਮੈਂ ਜਾਂਦਾ ਜਾਂਦਾ ਰਾਹ 'ਚ ਹੀ ਸਾਡਾ ਪਿੰਡ ਪੈਂਦਾ, ਵੀ ਮੈਂ ਆਪਣੇ ਭਰਾਵਾਂ ਨੂੰ ਮਿਲ ਚੱਲਾਂ। ਉਹ ਆ ਕੇ ਉਹਨਾਂ ਨੂੰ ਮਿਲੇ। ਚਲੋ ਉਹਨੂੰ ਬੜੀ ਖੁਸ਼ੀ ਹੋਈ ਵੀ ਭਰਾ ਮੈਂ ਇੰਨੇ ਸਾਲਾਂ ਬਾਅਦ ਆਇਆ ਰਿਹਾ। ਉਹ ਕਹਿੰਦੇ ਰਹਿ ਜਾ ਯਾਰ ਅੱਜ ਦੀ ਰਾਤ, ਕੱਲ੍ਹ ਨੂੰ ਚਲਿਆ ਜੇ। ਰਾਤ ਨੂੰ ਭਰਾਵਾਂ ਦੀ ਹੋ ਪਈ ਗੁਆਂਢੀਆਂ ਨਾਲ ਲੜਾਈ। ਉਹਨਾਂ ਦੋਨਾਂ ਦੇ ਹੱਥੋਂ ਬੰਦਾ ਮਾਰਿਆ ਗਿਆ। ਉਹ ਜਿਹੜਾ ਸਾਧ ਸੀ ਉਹ ਲੜਨ 'ਚ ਨਹੀਂ ਸੀ। ਦੂਜਿਆਂ ਕੋਲੋਂ ਬੰਦਾ ਮਾਰਿਆ ਗਿਆ। ਉਹਨਾਂ ਨੇ ਪਰਚਾ 3 'ਤੇ ਦਰਜ ਕਰਾਤਾ ਵੀ ਸਾਧ ਵੀ ਵਿੱਚ ਹੀ ਸੀ ਮਾਰਨ ਵਾਲਾ। ਉਹਦਾ ਕਸੂਰ ਕੋਈ ਨਹੀਂ, ਉਹ ਲੜਾਈ 'ਚ ਸ਼ਾਮਲ ਨਹੀਂ ਹੋਇਆ, ਪਰ ਵਿੱਚ ਹੀ ਪਰਚਾ ਦਰਜ ਹੋ ਗਿਆ।
ਤਰੀਕਾ ਭੁਗਤਣੀਆਂ ਪੈ ਗਈਆਂ। ਕੁਝ ਸਾਲਾਂ ਉਦੋਂ ਨਾ ਬਹੁਤੇ ਸਾਲ ਨਹੀਂ ਸੀ ਲੱਗਦੇ ਮੁਕੱਦਮੇ ਦੇ, ਛੇਤੀ ਸਾਲ 2 ਸਾਲ 'ਚ ਫੈਸਲੇ ਹੋ ਜਾਇਆ ਕਰਦੇ ਸਨ। ਇਹ ਤਾਂ ਜਿਉਂ ਮਨੁੱਖ ਘਟੀਆ ਹੋਈ ਗਿਆ ਇਹ ਮੁਕੱਦਮੇ ਵੱਧਦੇ ਗਏ। ਤਾਂ ਹੀ ਅੱਜ ਦਾ ਮਨੁੱਖ ਬਹੁਤ ਘਟੀਆ। ਇਹਨੇ ਪੁਲਿਸ ਨੂੰ ਵੀ ਵਕਤ ਖੜ੍ਹਾ ਕੀਤਾ ਹੋਇਆ, ਜੱਜਾਂ ਨੂੰ ਵੀ ਇੰਨੇ ਮੁਕੱਦਮੇ। ਸੁਪਰੀਮ ਕੋਰਟ ਦੇ 3 ਲੱਖ ਮੁਕੱਦਮਾ ਪੈਂਡਿੰਗ ਪਿਆ, ਪਤਾ ਨਹੀਂ ਇਸ ਜਨਮ 'ਚ ਅਗਲੇ ਦੀ ਵਾਰੀ ਆਵੇਗੀ ਕਿ ਨਹੀਂ ਆਵੇਗੀ। ਇੰਨੇ ਮੁਕੱਦਮੇ ਚੱਲਦੇ ਨੇ। ਅਸੀਂ ਇਤਨੇ ਦਿਨੋਂ ਦਿਨ ਘਟੀਆ ਹੁੰਦੇ ਜਾ ਰਹੇ ਹਾਂ। ਖੈਰ ਫੈਸਲਾ ਹੋਇਆ, ਉਹ ਵੀ ਕੋਰਟ 'ਚ ਨਾ ਮਾਲਾ ਫੇਰਿਆ, ਹੱਥ 'ਚ ਮਾਲਾ ਹੈ, ਅਤੇ ਜੱਜ ਨੇ 3 ਨੂੰ 20-20 ਸਾਲ ਦੀ ਸਜ਼ਾ ਕਰਤੀ। ਉਹਦੇ ਹੱਥ 'ਚੋਂ ਮਾਲਾ ਡਿੱਗ ਪਈ। ਵੀ ਕੀ ਫਾਇਦਾ ਹੋਇਆ, 14 ਸਾਲ ਮਾਲਾ ਫੇਰ ਕੇ ਬਿਨਾਂ ਕਸੂਰ ਦੇ ਹੀ ਸਜ਼ਾ ਹੋ ਗਈ ਹੈ। ਹੁਣ ਆਖਿਰ ਕਾਰਨ ਕੀ ਹੈ? ਕਾਰਨ ਕਿਸਮਤ ਹੈ। ਪਿਛਲੇ ਜਨਮਾਂ 'ਚ ਕੋਈ ਅਜਿਹਾ ਕਰਮ ਕੀਤਾ ਨਾ ਜਦੋਂ ਭੱਜ ਪੁੱਜ ਗਿਆ ਅਤੇ ਹੱਥ 'ਚ ਨਹੀਂ ਆਇਆ। ਕਰਮ ਤਾਂ ਖੜ੍ਹਾ, ਭੁਗਤਾਨ ਹੋਇਆ ਨਹੀਂ ਪਿਛਲੇ ਜਨਮ 'ਚ। ਐਤਕੀ ਫਿਰ ਮੌਕਾ ਆ ਗਿਆ, ਕਿਸਮਤ 'ਚ ਲਿਖਤਾ ਕਿ ਤੈਨੂੰ 20 ਸਾਲ ਦੀ ਸਜ਼ਾ ਹੋਵੇਗੀ। ਉਹ ਕਿਸਮਤ ਉਹਨੂੰ ਪਿੰਡ ਲੈ ਆਈ। ਨਹੀਂ ਤਾਂ 1-2 ਦਿਨ ਅੱਗੇ ਪਿੱਛੇ ਵੀ ਆ ਸਕਦਾ ਸੀ, ਪਰ ਲਿਖਿਆ ਸੀ ਕਿਸਮਤ ਨੂੰ ਉਸੇ ਦਿਨ ਹੀ ਪਿੰਡ 'ਚ ਲੈ ਕੇ ਆਈ, ਅਤੇ 20 ਸਾਲ ਦੀ ਬਿਨਾਂ ਕਿਸੇ ਕਾਰਨ ਉਹਨੂੰ ਸਜ਼ਾ ਹੋ ਗਈ। ਇਹ ਕਿਸਮਤ ਹੀ ਮਨੁੱਖ ਤੋਂ ਕਰਵਾਉਂਦੀ ਹੈ। ਕਿਸਮਤ ਦੇ ਵਿੱਚ ਲਿਖਿਆ ਸੀ ਬਾਬਾ ਅਮਰਦਾਸ ਦੇ, ਤੁਸੀਂ ਮਹਾਨ ਇਨਸਾਨ ਬਣੋਗੇ, ਬਹੁਤ ਵੱਡੇ ਸਾਧੂ ਸੰਤ ਬਣੋਗੇ। ਫਿਰ ਕਿਉਂਕਿ ਸਮਾਂ ਆ ਗਿਆ ਸੀ, ਇਸ ਲਈ ਕੁਦਰਤੀ ਪੰਡਤ ਨਾਲ ਮੇਲ ਹੋ ਗਿਆ ਹੈ। ਉਹ ਸਾਧਨ ਬਣ ਗਿਆ ਹੈ। ਉਹਨੇ ਦੱਸਿਆ, ਉਹਨਾਂ ਗੁਰੂ ਧਾਰਨ ਕੀਤਾ ਅਤੇ ਸਮਾਂ ਪਾ ਕੇ ਆਪ ਗੁਰੂ ਬਣ ਗਿਆ। ਤਾਂ ਹੁਣ ਕਿਸਮਤ ਬਦਲੇਗੀ ਕਿਵੇਂ? ਸਵਾਲ ਤਾਂ ਹੈ ਨਾ ਬਸ। ਅਤੇ ਧਰਮ ਕਹਿੰਦਾ ਕਿਸਮਤ ਤੁਹਾਡੇ ਕਿਸੇ ਵੀ ਯਤਨ ਨਾਲ ਨਹੀਂ ਬਦਲੇਗੀ, ਇਹ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ ਬਦਲੇਗੀ। ਤੁਹਾਡੀ ਮਰਜ਼ੀ ਬਦਲ ਲਓ, ਤੁਹਾਡੀ ਮਰਜ਼ੀ ਨਾ ਬਦਲੋ। ਭੈੜੀ ਕਿਸਮਤ ਰੱਖਣੀ ਹੈ, ਨਾ ਬਾਣੀ ਪੜ੍ਹੋ ਨਾ ਨਾਮ ਜਪੋ, ਰਹੋ ਭੈੜੀ ਕਿਸਮਤ। ਅਤੇ ਜੇ ਭਾਈ ਤੁਸੀਂ ਆਪਣੀ ਚੰਗੀ ਕਿਸਮਤ ਬਣਾਉਣੀ ਹੈ ਤਾਂ ਫਿਰ ਬਾਣੀ ਪੜ੍ਹਨੀ ਹੈ, ਨਾਮ ਜਪਣਾ। ਪਰ ਸਵਾਲ ਤਾਂ ਹੈ ਕਿ ਜੇ ਕਿਸਮਤ 'ਚ ਲਿਖਿਆ ਹੋਊਗਾ ਕਿ ਫਲਾਣੇ ਸਣ 'ਚ ਜਾ ਕੇ ਬਾਣੀ ਪੜ੍ਹਨ ਲੱਗੂਗਾ, ਨਾਮ ਜਪਣ ਲੱਗੂਗਾ, ਫਿਰ ਇਹਦੀ ਕਿਸਮਤ ਬਦਲੇਗੀ ਤਾਂ ਉਹ ਲੱਗੂਗਾ, ਨਹੀਂ ਲੱਗਦਾ, ਨਹੀਂ ਤਾਂ ਵੀ ਨਹੀਂ ਲੱਗਦਾ। ਇਸ ਲਈ ਇਹ ਸਭ ਕੁਛ ਪਹਿਲੇ ਹੀ ਲਿਖਿਆ ਹੋਇਆ ਹੈ। ਇਹ ਪਹਿਲੇ ਲਿਖਿਆ ਹੁੰਦਾ, ਉਹਦੇ ਅਨੁਸਾਰ ਹੀ ਫਿਰ ਚੱਲੀ ਜਾਂਦਾ ਬੰਦਾ। ਇਹ ਤਾਂ ਕੁਦਰਤੀ ਫਿਰ ਕਿਸਮਤ 'ਚ ਲਿਖਿਆ ਤੂੰ ਸਤ ਸੰਗਤ ਕਰੇਂਗਾ, ਫਿਰ ਬੰਦਾ ਸਤਸੰਗ ਕਰਦਾ ਹੈ, ਫਿਰ ਉਹਨੂੰ ਗੁਰੂ ਮਹਾਰਾਜ ਦੀ ਸੋਝੀ ਆਉਂਦੀ ਹੈ, ਫਿਰ ਉਹ ਜਿਹੜਾ ਉਹਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋੜਿਆ ਲਾਏ। ਧੁਰੋਂ ਹੀ ਕਹਿੰਦੇ ਜਿਹੜਾ ਪਿਆਰ ਧੁਰੋਂ ਪਰਮਾਤਮਾ ਨੇ ਪਾਤਾ ਨਾ, ਉਹ ਪਿਆਰ ਖਤਮ ਨਹੀਂ ਹੁੰਦਾ, ਉਹ ਪਿਆਰ ਦਾ ਰੰਗ ਨਹੀਂ ਉਤਰਦਾ। ਉਹ ਬੰਦਾ ਨਾਮ ਜਪਦਾ ਹੀ ਰਹਿੰਦਾ, ਚਾਹੇ ਕਿੰਨੀਆਂ ਵੀ ਸਜ਼ਾਵਾਂ ਦੇਈ ਚੱਲੋ। ਧਰੂਪ ਭਗਤ ਨੂੰ ਤਾਂ ਕੋਈ ਸਜ਼ਾ ਨਹੀਂ ਬਹੁਤੀ ਮਿਲੀ, ਉਹ ਤਾਂ ਇੱਕੋ ਵਾਰੀ ਝਿੜਕਾਂ ਮਿਲੀਆਂ। ਅਤੇ ਪ੍ਰਹਿਲਾਦ ਨਾਲ ਤਾਂ ਕਿੰਨਾ ਮਾੜਾ ਸਲੂਕ ਬਾਪ ਕਰਦਾ ਰਿਹਾ। ਕਦੇ ਪਹਾੜ ਤੋਂ ਸੁੱਟਦਾ ਹੈ, ਕਦੇ ਉਹਨੂੰ ਅੱਗ 'ਚ ਸੁੱਟਦਾ ਹੈ, ਕਦੇ ਉਹਨੂੰ ਪਾਣੀ 'ਚ ਡੋਬਦਾ ਹੈ, ਕਦੇ ਉਹਨੂੰ ਮਾਰਨ ਪੈਂਦਾ ਹੈ। ਪਰ ਨਹੀਂ, ਲਿਖਿਆ ਸੀ ਨਾ ਬਈ ਨਾਮ ਜਪੇਂਗਾ, ਬਸ ਜਪੇਂਗਾ। ਲਾ ਲਿਆ ਬਾਪ ਨੇ ਜਿਹੜਾ ਜ਼ੋਰ ਲਾਉਣਾ ਸੀ। ਇਸ ਲਈ ਜਿਹੜਾ ਰੰਗ ਪਰਮਾਤਮਾ ਨੇ ਲਾਤਾ ਨਾ, ਉਹ ਨਹੀਂ ਉਤਰਿਆ ਕਰਦਾ। ਸ਼੍ਰੀ ਰਾਗ ਮਹਿਲਾ ਤੀਜਾ। ਗੁਰਮੁਖ ਕਿਰਪਾ ਕਰੇ, ਧਿਆਨ ਰੱਖਣਾ। ਕਿਰਪਾ ਹਿੰਦੀ ਦਾ ਸ਼ਬਦ ਹੈ, ਕਿਰਪਾ ਪੰਜਾਬੀ ਦਾ ਸ਼ਬਦ ਹੈ। ਜੇ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਹੁਣ ਅਸੀਂ ਕੱਕੇ ਨੂੰ ਸਿਆਰੀ, ਰਾ ਪੱਪੇ ਨੂੰ ਕਰਨਾ ਪੂਰਾ, 3 ਅੱਖਰ ਪੂਰੇ ਹੋਣੇ ਸਨ। ਫਿਰ ਆਪਾਂ ਬੋਲਦੇ ਕਿਰਪਾ, ਉਹ ਹੋ ਜਿਹੜੇ ਸੀ ਪੰਜਾਬੀ ਦਾ।
ਇਹ ਹੈ ਹਿੰਦੀ ਦਾ, ਅਤੇ ਹਿੰਦੀ 'ਚ ਕਿਰਪਾ ਪੈਰ 'ਚ ਰਾਰਾ ਪਾ ਕੇ ਲਿਖਿਆ ਹੁੰਦਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰਿ ਜੀਉ ਸਾਚਾ, ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਜੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਮਨੁੱਖ ਭਗਤੀ ਕਰਦਾ ਹੈ, ਅਤੇ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਬਿਨ ਗੁਰ ਭਗਤ ਨਾ ਹੋਏ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਗੁਰੂ ਕਿਰਪਾ ਕਰੇ ਤਾਂ ਬੰਦਾ ਭਗਤੀ ਕਰਦਾ। ਆਪੇ ਆਪ ਮਿਲਾਏ ਬੁੱਝੇ, ਫਿਰ ਇਹ ਜੀਵ ਆਪਣੇ ਆਪ ਨੂੰ ਗੁਰੂ ਦੇ ਨਾਲ ਮਿਲਾ ਲੈਂਦਾ ਹੈ, ਆਪਣੇ ਆਪ ਨੂੰ ਗੁਰੂ ਦੇ ਨਾਲ ਮਿਲਾਉਂਦਾ ਹੈ, ਤਾਂ ਫਿਰ ਇਹਨੂੰ ਸੋਝੀ ਆਉਂਦੀ ਹੈ, ਤਾਂ ਨਿਰਮਲ ਹੋਵੇ ਸੋਈ। ਫਿਰ ਉਹ ਬੰਦਾ ਨਾਮ ਜਪ ਜਪ ਕੇ ਨਿਰਮਲ ਹੋ ਜਾਂਦਾ ਹੈ। ਹਰਿ ਜੀਉ ਸਾਚਾ, ਸਾਚੀ ਬਾਣੀ। ਹਰੀ ਸੱਚਾ ਹੈ, ਇਹ ਤਾਂ ਸੱਚੇ ਝੂਠੇ ਤੋਂ ਭਾਵ ਨਹੀਂ। ਸਦਾ ਰਹਿਣ ਵਾਲਾ, ਜਿਹੜਾ ਸਦਾ ਰਹਿਣ ਵਾਲਾ ਹੁੰਦਾ ਉਹਨੂੰ ਕਹਿੰਦੇ ਨੇ ਸੱਚ। ਜਿਹੜਾ ਬਿਨ ਸਜਾਣ ਵਾਲਾ ਹੁੰਦਾ ਉਹਨੂੰ ਕਹਿੰਦੇ ਕੂੜ। ਹਰਿ ਜੀਉ ਸਾਚਾ, ਪਰਮਾਤਮਾ ਸਦਾ ਰਹਿਣ ਵਾਲਾ ਹੈ। ਸਾਚੀ ਬਾਣੀ, ਉਹਦੀ ਬਾਣੀ ਵੀ ਸਦਾ ਰਹਿਣ ਵਾਲੀ ਹੈ। ਸ਼ਬਦ ਮਿਲਾਵਾ ਹੋਈ, ਇਸ ਬਾਣੀ ਰਾਹੀਂ ਫਿਰ ਪਰਮਾਤਮਾ ਨਾਲ ਮਨੁੱਖ ਦਾ ਮੇਲ ਹੋ ਜਾਂਦਾ ਹੈ। ਭਾਈ ਰੇ ਭਗਤਹੀਨ ਕਾਹੇ ਜਗਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਹੇ ਭਾਈ, ਤੂੰ ਤੇ ਭਗਤੀਹੀਨ ਹੈ, ਤੂੰ ਤੇ ਭਗਤੀ ਕਰਦਾ ਹੀ ਨਹੀਂ। ਤੂੰ ਕਾਹਦੇ ਲਈ ਸੰਸਾਰ 'ਚ ਆਇਆ? ਸੰਸਾਰ 'ਚ ਆਇਆ ਤੂੰ ਭਗਤੀ ਕਰਨ ਲਈ, ਅਤੇ ਤੂੰ ਭਗਤੀ ਕਰਦਾ ਹੀ ਨਹੀਂ। ਇਸ ਲਈ ਤੂੰ ਕਾਹਦਾ ਸੰਸਾਰ 'ਚ ਆਇਆ? ਕਾਹਦਾ ਹੈ? ਗੁਰੂ ਮਹਾਰਾਜ ਤਾਂ ਬਹੁਤ ਹੀ ਨਾਰਾਜ਼ ਹੁੰਦੇ ਉਹਨਾਂ ਮਾਵਾਂ 'ਤੇ। ਕਹਿੰਦੇ ਉਹ ਮਾਂ ਜਿਹਦਾ ਬੱਚਾ ਨਾਮ ਨਹੀਂ ਨਾ ਜਪਦਾ, ਉਸ ਮਾਂ ਨੂੰ ਬਾਂਝ ਹੋ ਜਾਣਾ ਚਾਹੀਦਾ ਸੀ। ਭਾਵ ਬੱਚਾ ਜੰਮਣ ਦੇ ਯੋਗ ਹੀ ਨਹੀਂ ਸੀ ਹੋਣੀ ਚਾਹੀਦੀ। ਨਾ ਉਹ ਨਾਸਤਕ ਜੰਮਦੀ ਅਤੇ ਨਾ ਇਸ ਤਰ੍ਹਾਂ ਹੁੰਦਾ। ਕਿੱਡੀ ਵੱਡੀ ਗਾਲ ਹੈ। ਆਪਾਂ ਕਿਸੇ ਨੂੰ ਕਿਹਾ ਸਾਨੂੰ ਧੌਣੋਂ ਫੜ ਲਏਗਾ, ਪਰ ਗੁਰੂ ਬਾਰੇ ਕਿਹਾ ਨਾ, ਇਸ ਲਈ ਅਸੀਂ ਸੁਣ ਲੈਂਦੇ ਹਾਂ, ਸੁਣ ਲੈਂਦੇ। ਇਹ ਤੋਂ ਵੱਡੀ ਕੀ ਗੱਲ ਹੈ? ਜੀ ਕਿਸੇ ਕਹਿੰਦੇ ਇਹ ਬੀਬੀ ਤੂੰ ਬਾਂਝ ਹੋ ਜਾ, ਅਗਲੀ ਕਹਿੰਦੇ ਠਹਿਰ ਜਾ ਬਾਬਿਆ ਦੱਸਦੀ ਮੈਂ ਤੈਨੂੰ ਕਿਵੇਂ, ਤੂੰ ਮੈਨੂੰ ਕਹਿੰਦਾ ਬਾਂਝ ਹੋ ਜਾ। ਚਲੇ ਅਤੇ ਗੁਰੂ ਮਹਾਰਾਜ ਕਹਿੰਦੇ ਇਹ ਬੀਬੀ ਤੂੰ ਮਨਮੁਖ ਜਵਾਕ ਪੈਦਾ ਕਰ ਦਿੱਤਾ ਹੈ, ਇਹਦੇ ਨਾਲ ਤੂੰ ਬਾਂਝ ਹੋ ਜਾਂਦੀ ਚੰਗਾ ਸੀ। ਕੀ ਫਾਇਦਾ ਇਹੋ ਜਿਹੇ ਜਵਾਕ ਜੰਮਣ ਦਾ ਜਿਹਨੇ ਨਾਮ ਹੀ ਨਹੀਂ ਜਪਣਾ। ਇਸ ਲਈ ਬੱਚਿਆਂ ਨੂੰ ਨਾਮ ਬਾਣੀ ਵਾਲੇ ਪਾਸੇ ਲਾਈਦਾ, ਨਹੀਂ ਤਾਂ ਫਿਰ ਉੱਥੇ ਕਟਾਪਾ ਤੁਹਾਡਾ ਹੋਣਾ ਧਰਮਰਾਜ 'ਤੇ। ਹਾਂਜੀ, ਵੀ ਤੂੰ ਹੀ ਕੂੜ ਕਬਾੜ 'ਚ ਜੰਮ ਕੇ ਇੱਥੇ ਆ ਗਈ ਹੈ, ਕੋਈ ਨਾਮ ਜਪਣ ਵਾਲਾ ਨਹੀਂ ਤੂੰ ਪੈਦਾ ਕੀਤਾ। ਜਿਹੜੇ ਮੇਰੀ ਆਵਾਜ਼ ਸੁਣ ਲੈ ਲੱਗ ਜਾਓ ਨਾਮ ਜਪਣ, ਨਹੀਂ ਤਾਂ ਤੁਹਾਡੀ ਮਾਵਾਂ ਨੂੰ ਕੁੱਟ ਪੈਣੀ ਹੈ। ਅਤੇ ਜੇ ਤੂੰ ਚਾਹੁੰਦੇ ਤੁਹਾਡੀ, ਅਤੇ ਕਈ ਕਹਿੰਦੇ ਚੰਗਾ ਪੈਣ ਦੇ ਨੂੰ ਬੁੜੀ ਨੂੰ। ਉਸ ਮੇਰੀ ਗੱਲ ਸੁਣ ਕੇ ਕਹਿ ਰਹੇ ਹੁਣ ਮਨ 'ਚ ਕਿ ਸਾਰਿਆਂ ਨੂੰ ਮਾਂ ਨਾਲ ਪਿਆਰ ਨਹੀਂ ਨਾ ਹੁੰਦਾ। ਸੋ ਇਸ ਲਈ ਇਹ ਬੱਚੇ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਮਾਂ ਦਾ ਮਰਨ ਤੋਂ ਬਾਅਦ ਸਤਿਕਾਰ ਹੋਵੇ ਨਾ ਧਰਮਰਾਜ ਦਰ 'ਤੇ, ਫਿਰ ਨਾਮ ਜਪੋ। ਫਿਰ ਮਾਂ ਨੇ ਭਾਵੇਂ ਨਾਮ ਵੀ ਨਾ ਜਪਿਆ ਹੋਵੇ, ਜੇ ਬੱਚੇ ਨੇ ਜਪੇ ਤਾਂ ਵੀ ਮਾਂ ਦਾ ਸਤਿਕਾਰ ਹੁੰਦਾ ਕਿ ਤੂੰ ਬੱਚਾ ਨਾਮ ਜਪਣ ਵਾਲਾ ਪੈਦਾ ਕਰਕੇ ਆਈ ਹੈ, ਹਾਂ, ਤਾਂ ਵੀ ਸਤਿਕਾਰ ਹੁੰਦਾ। ਸੰਤ ਅਤਰ ਸਿੰਘ ਦੀ ਮਾਤਾ ਬੀਬੀ ਭੋਲੀ, ਮਹਾਂਪੁਰਖਾਂ ਨੇ ਬੜਾ ਕਿਹਾ ਮਾਤਾ ਜੀ ਅੰਮ੍ਰਿਤ ਛਕ ਲਓ। ਲੈ ਜਿਹਦਾ ਪੁੱਤ ਸੰਤ ਉਹਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਕਹਿੰਦੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਗੁਰੂ ਸਨ, ਅੰਮ੍ਰਿਤ ਉਹਨਾਂ ਵੀ ਛਕਿਆ, ਅਸੀਂ ਕਿਤੇ ਵਿਚਾਰੇ ਹਾਂ। ਗੁਰੂ ਗੋਬਿੰਦ ਸਿੰਘ ਗੁਰੂ ਸਨ,
ਫਿਰ ਵੀ ਨਾ ਪੰਜਾਂ ਪਿਆਰਿਆਂ ਨੂੰ ਕਿਹਾ ਮੈਨੂੰ ਅੰਮ੍ਰਿਤ ਛਕਾਓ, ਇਸ ਲਈ ਤੁਸੀਂ ਅੰਮ੍ਰਿਤ ਛਕ ਲਓ। ਨਾ ਨਾ, ਨਹੀਂ ਮੰਨੀ ਮਾਈ, ਡੈਥ ਹੋ ਗਈ ਹੈ। ਸਾਰਾ ਰੌਲਾ ਪੈ ਗਿਆ ਆਲੇ ਦੁਆਲੇ ਵੀ ਮਾਤਾ ਚੜ੍ਹਾਈ ਕਰਕੇ ਜਾ ਕੇ ਸੇਵਕਾਂ ਨੇ ਮਹਾਂਪੁਰਖਾਂ ਨੂੰ ਦੱਸਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਵਾਪਸ ਆਏਗੀ, ਕੀਰਤਨ ਸ਼ੁਰੂ ਕਰ ਦਿਓ, ਰੋਣਾ ਰੋਣਾ ਨਹੀਂ ਹੈਗਾ। ਕੀਰਤਨ ਸ਼ੁਰੂ ਹੋ ਗਿਆ। ਕੁਝ ਘੰਟਿਆਂ ਬਾਅਦ ਬੀਬੀ ਜਿਉਂਦੀ ਹੋ ਗਈ। ਹਾਂ, ਕਹਿੰਦੇ ਮਾਤਾ ਜੀ ਆਹ ਸੰਗਤ ਨੂੰ ਦੱਸੋ ਫਿਰ ਉੱਥੇ ਕੀ ਹੋਇਆ, ਇਹਨਾਂ ਨੂੰ ਜਰਾ ਗਿਆਨ ਹੋ ਜਾਏ। ਵੇ ਪੁੱਤ ਤੂੰ ਠੀਕ ਹੀ ਕਹਿੰਦਾ ਸੀ। ਕਹਿੰਦੇ ਨਹੀਂ, ਇਹਨਾਂ ਨੂੰ ਦੱਸੋ ਜਰਾ। ਕਹਿੰਦੇ ਮੈਂ ਉੱਥੇ ਗਈ, ਮੈਨੂੰ ਜਿਹੜਾ ਸਿਰ ਜਹਾਜ਼ ਜਿਹਨੂੰ ਉਸ ਜ਼ਮਾਨੇ ਵਿਮਾਨ ਕਹਿੰਦੇ ਸੀ, ਕਹਿੰਦੇ ਉਹ ਸੋਨੇ ਦਾ ਸੀ ਸਾਰਾ, ਵਿੱਚ ਸੋਨੇ ਦੀਆਂ ਸੀਟਾਂ ਲੱਗੀਆਂ ਹੋਈਆਂ ਸਨ। ਉਸ ਦੇ ਵਿੱਚ ਮੈਨੂੰ ਲੈ ਕੇ ਗਏ। ਸੱਚਖੰਡ ਦੇ ਬੂਹੇ ਅੱਗੇ ਜਦੋਂ ਮੇਰਾ ਜਹਾਜ਼ ਉਤਰਿਆ ਨਾ, ਮੈਂ ਬਾਹਰ ਨਿਕਲੀ ਹਾਂ, ਉਹਨਾਂ ਨੇ ਸੱਚਖੰਡ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਕਿਹਾ ਭਾਈ ਇਹ ਦਰਵਾਜ਼ਾ ਖੋਲ੍ਹੋ। ਉਹ ਕਹਿੰਦੇ ਮਾਤਾ ਜੀ ਇਹ ਨਹੀਂ ਖੁੱਲ੍ਹ ਸਕਦਾ। ਕਹਿੰਦੇ ਮੈਂ ਸੰਤ ਉਤਰ ਸਿੰਘ ਦੀ ਮਾਂ। ਕਹਿੰਦੇ ਮਾਤਾ ਜੀ ਸਾਨੂੰ ਪਤਾ ਹੈ ਤੁਸੀਂ ਆਪਣੀ ਕਮਾਈ ਨਾਲ ਇੱਥੋਂ ਤੱਕ ਨਹੀਂ ਆਏ, ਇਹ ਤਾਂ ਤੁਸੀਂ ਪੁੱਤ ਦੀ ਕਮਾਈ ਕਰਨ ਆਏ ਹੋ। ਤੁਸੀਂ ਨਿਗੁਰੇ ਹੋ, ਕੋਈ ਨਿਗੁਰਾ ਸੱਚਖੰਡ 'ਚ ਨਹੀਂ ਜਾ ਸਕਦਾ। ਕਹਿੰਦੇ ਵੇ ਭਾਈ ਫਿਰ ਹੁਣ ਕੀ ਕਰਾਂ। ਕਹਿੰਦੇ ਦੇਖੋ ਤੁਸੀਂ ਮਹਾਂਪੁਰਖਾਂ ਦੀ ਮਾਤਾ ਹੋ, ਅਸੀਂ ਸਤਿਕਾਰ ਕਰਦੇ ਮਹਾਂਪੁਰਖਾਂ ਦਾ, ਅਸੀਂ ਤੁਹਾਨੂੰ 7 ਦਿਨ ਦਿੰਦੇ ਹਾਂ, ਤੁਸੀਂ ਅੰਮ੍ਰਿਤ ਛਕ ਕੇ ਫਿਰ ਆ ਜਾਓ, ਤੁਹਾਡਾ ਦਰਵਾਜ਼ਾ ਖੁੱਲ੍ਹਾ ਮਿਲੇਗਾ। ਕਹਿੰਦੇ ਪੁੱਤ ਮੈਨੂੰ ਅੰਮ੍ਰਿਤ ਛਕਾ ਦੇ। ਕਹਿੰਦੇ ਕੋਈ ਨਹੀਂ ਮਾਤਾ 7 ਦਿਨ ਮਿਲੇ ਨੇ, ਕੱਲ੍ਹ ਨੂੰ ਛਕਾ ਲਾਂਗੇ। ਨਾ ਨਾ, ਕੱਲ੍ਹ ਕਿਹਨੂੰ ਆਇਆ, ਅੱਜ ਹੀ ਛਕਾ ਦੇ, ਅੱਜ ਹੀ ਛਕਾ ਦੇ। ਫਿਰ ਮਹਾਂਪੁਰਖ 5 ਪਿਆਰੇ ਕਿਹਾ ਭਾਈ ਛਕਾ ਦਿਓ ਅੰਮ੍ਰਿਤ। 7 ਦਿਨ ਬਾਅਦ ਬੀਬੀ ਸਰੀਰ 'ਤੇ ਆ ਗਈ। ਇਹ ਸਿਰਫ ਇੰਨਾ ਸਤਿਕਾਰ ਅਗਲਿਆਂ ਨੇ ਕੀਤਾ ਕਿ ਇਹਨੇ ਸੰਤ ਪੁੱਤਰ ਪੈਦਾ ਕੀਤਾ ਹੈ। ਸੱਚਖੰਡ ਜਾਣਾ ਕੋਈ ਖਾਲਾ ਜੀ ਦਾ ਬੜਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਗਤਹੀਨ ਕਾਹੇ ਜਗ ਆਇਆ। ਇਹੀ ਸੀ, ਹੈ ਇਨਸਾਨ ਤੂੰ ਭਗਤੀਹੀਨ ਹੈ, ਤੂੰ ਇਸ ਸੰਸਾਰ 'ਚ ਕੀ ਕਰਨਾ ਹੈ, ਵੀ ਤੇਰਾ ਆਉਣਾ ਹੀ ਵਿਅਰਥ ਹੈ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਤੂੰ ਪੂਰੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਤੂੰ ਤੇ ਆਪਣਾ ਜਨਮ ਵਿਅਰਥ ਗਵਾ ਲਿਆ ਹੈ। ਆਪੇ ਜਗਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਆਪੇ ਜਗ ਜੀਵਨ ਸੁਖ ਦਾਤਾ, ਜਗ ਜੀਵਨ ਸੰਸਾਰ ਨੂੰ ਜੀਵਨ ਦੇਣ ਵਾਲਾ ਪਰਮਾਤਮਾ, ਉਹ ਸੁਖ ਦਾਤਾ ਹੈ। ਉਹ ਸੁਖ ਦਿੰਦਾ ਹੈ, ਦੁੱਖ ਨਹੀਂ ਦਿੰਦਾ ਕਿਸੇ ਨੂੰ। ਉਹ ਸੁਖ ਦਾਤਾ ਹੈ। ਆਪੇ ਬਖਸ਼ ਮਿਲਾਏ, ਉਹ ਜੀਵ ਨੂੰ ਆਪ ਹੀ ਬਖਸ਼ਦਾ ਹੈ, ਉਹਦੇ ਸਾਰੇ ਔਗਣ ਬਖਸ਼ ਦਿੰਦਾ ਹੈ ਅਤੇ ਫਿਰ ਆਪਣੇ ਨਾਲ ਉਸ ਨੂੰ ਮਿਲਾ ਲੈਂਦਾ ਹੈ। ਉਹ ਮੈਲੇ ਕਚਾਲੇ ਨਹੀਂ ਮਿਲਾਉਂਦਾ, ਪਹਿਲਾਂ ਉਹਨੂੰ ਬਖਸ਼ਦਾ ਹੈ, ਉਹਦਾ ਕੂੜ ਕਬਾੜ ਜਿਹੇ ਅੰਦਰੋਂ ਕੱਢਦਾ ਹੈ, ਫਿਰ ਆਪਣੇ ਨਾਲ ਮਿਲਾਉਂਦਾ ਉਹਨੂੰ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਇਹ ਵਿਚਾਰੇ ਜੀਵ ਜੰਤ ਕੀ ਨੇ, ਇਹ ਕਿਸੇ ਨੂੰ ਕੀ ਕਹਿ ਸਕਦੇ ਨੇ ਅਤੇ ਕਿਸੇ ਨੂੰ ਕੀ ਸੁਣਾ ਸਕਦੇ ਨੇ। ਇਹ ਤਾਂ ਬਖਸ਼ਿਸ਼ ਕਰਨ ਵਾਲਾ ਤਾਂ ਪਰਮਾਤਮਾ ਹੀ ਹੈ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਗੁਰੂ ਦੇ ਰਾਹੀਂ ਫਿਰ ਪਰਮਾਤਮਾ ਇਸ ਜੀਵ ਨੂੰ ਵਡਿਆਈ ਬਖਸ਼ਦਾ ਹੈ ਅਤੇ ਆਪ ਹੀ ਉਸ ਨੂੰ ਸੇਵਾ 'ਤੇ ਲਾਉਂਦਾ ਹੈ। ਦੇਖ ਕੁਟੰਬ ਮੋਹ ਲਵਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨ ਪਾਈ। ਹਰ ਪ੍ਰਭ ਸਖਾ, ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਦੇਖ ਕੁਟੰਬ ਪਰਿਵਾਰ ਨੂੰ ਕਹਿੰਦੇ, ਮਨੁੱਖ ਪਰਿਵਾਰ ਨੂੰ ਵੇਖ ਕੇ ਮੋਹ ਲਵਾਣਾ, ਮੋਹ 'ਚ ਆ ਜਾਂਦਾ ਹੈ, ਮੋਹ 'ਚ ਲਵਾਇਮਾਨ ਹੋ ਜਾਂਦਾ ਹੈ।
ਚੱਲਦਿਆਂ ਨਾਲ ਨਾ ਜਾਈ। ਪਰ ਹੈ ਇਨਸਾਨ, ਜਦੋਂ ਤੂੰ ਇਸ ਸੰਸਾਰ 'ਤੇ ਜਾਣਾ, ਇਹ ਕਿਸੇ ਪਰਿਵਾਰ ਦੇ ਕਿਸੇ ਜੀਅ ਨੇ ਤੇਰੇ ਨਾਲ ਨਹੀਂ ਜਾਣਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮਤ ਨ ਪਾਈ। ਜਿਹੜਾ ਗੁਰੂ ਦੀ ਸੇਵਾ ਕਰਦਾ, ਉਹਨੂੰ ਗੁਣਾਂ ਦਾ ਖਜ਼ਾਨਾ ਪਰਮਾਤਮਾ ਮਿਲ ਜਾਂਦਾ ਹੈ। ਫਿਰ ਉਸ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਉਹ ਮਨੁੱਖ ਇੰਨਾ ਕੀਮਤੀ ਹੋ ਜਾਂਦਾ ਕਿ ਉਹਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਅਤੇ ਫਿਰ ਬੰਦਾ ਉਹ ਕੀ ਕਹਿੰਦਾ, ਪਰਮਾਤਮਾ ਮੇਰਾ ਸਖਾ ਹੈ, ਮੇਰਾ ਫੈਲੋ ਹੈ, ਮੇਰਾ ਸਾਥੀ ਹੈ, ਮੇਰਾ ਮਿੱਤਰ ਹੈ। ਉਹ ਮੈਨੂੰ ਅੰਤਲੇ ਸਮੇਂ ਮੇਰੀ ਸਹਾਇਤਾ ਕਰੇਗਾ। ਅੰਤੇ ਹੋਏ ਸਖਾਈ, ਉਹ ਮੇਰਾ ਅੰਤ ਨੂੰ ਸਾਥੀ ਹੋਵੇਗਾ, ਮੇਰੀ ਸਹਾਇਤਾ ਕਰੇਗਾ। ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਾਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਤੇ ਵਡਿਆਈ। ਆਪਣੇ ਮਨ ਚਿਤ ਕਹਿ ਕਹਾਏ। ਆਪਣੇ ਮਨ 'ਚ ਆਪਣੇ ਚਿੱਤ ਬੰਦਾ ਤਾਂ ਬੜਾ ਕੁਛ ਕਹਿੰਦਾ ਹੈ, ਪਰ ਬਿਨ ਗੁਰ ਆਪ ਨਾ ਜਾਏ। ਪਰ ਗੁਰੂ ਤੋਂ ਬਿਨਾਂ ਅੰਦਰ ਜਿਹੜੀ ਆਪ ਹਉਮੈ ਹੈ ਨਾ, ਉਹ ਨਹੀਂ ਖਤਮ ਹੁੰਦੀ। ਕਹੀ ਜੋ ਮੈਂ ਜੀ ਹੰਕਾਰ ਨਹੀਂ ਕਰਦਾ ਜੀ, ਹੈ ਮੈਂ ਤਾਂ ਹੰਕਾਰ ਵਾਲੇ ਸ਼ਬਦ ਹੀ ਨਹੀਂ ਬੋਲਦਾ। ਐਂ ਕਹਿਣ ਕਹਾਉਣ ਨਾਲ ਨਹੀਂ ਗੱਲ ਬਣਦੀ। ਗੁਰੂ ਤੋਂ ਬਿਨਾਂ ਅੰਦਰੋਂ ਹਉਮੈ ਖਤਮ ਹੀ ਨਹੀਂ ਹੁੰਦੀ। ਹਰ ਜੀਉ ਦਾਤਾ ਭਗਤ ਵਛਲ ਹੈ। ਪਰਮਾਤਮਾ ਦਾਤਾ ਹੈ। ਵਛਲ ਹੁੰਦਾ ਪਿਆਰ ਕਰਨ ਵਾਲਾ। ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਕਰ ਕਿਰਪਾ ਮਾਨ ਵਸਾਈ। ਉਹ ਕਿਰਪਾ ਕਰਦਾ, ਫਿਰ ਆਪਣੀ ਭਗਤੀ ਜੀਵ ਦੇ ਮਨ ਵਿੱਚ, ਹਿਰਦੇ 'ਚ ਵਸਾ ਦਿੰਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ। ਪਰਮਾਤਮਾ ਹੀ ਮਨੁੱਖ ਨੂੰ ਉੱਚੀ ਸੋਭਾ ਸੁਰਤ ਦਿੰਦਾ ਹੈ। ਪਰਮਾਤਮਾ ਆਪੇ ਹੀ ਸੋਝੀ ਦਿੰਦਾ ਹੈ। ਆਪ ਹੀ ਉਹਨੂੰ ਸੋਭਾ ਵਡਿਆਈ ਬਖਸ਼ਦਾ ਹੈ। ਕਿਵੇਂ ਵਡਿਆਈ ਬਖਸ਼ਦਾ? ਗੁਰਮੁਖ ਦੇ ਵਡਿਆਈ। ਗੁਰੂ ਰਾਹੀਂ ਉਹਨੂੰ ਵਡਿਆਈ ਬਖਸ਼ਦਾ ਹੈ। ਆਪ ਹੀ ਸੋਭਾ ਵਡਿਆਈ ਬਖਸ਼ਦਾ ਹੈ। ਆਪ ਹੀ ਉੱਚੀ ਸੁਰਤ ਦੇਣ ਵਾਲਾ ਹੈ। ਸੋ ਇਸ ਲਈ ਸਾਡਾ ਤਾਂ ਕੰਮ ਹੈ, ਜਿੰਨੀ ਕੁ ਆਪਾਂ ਨੂੰ ਸਮਝ ਆਈ ਹੈ ਕਿ ਸ਼ੁਭ ਕੰਮ ਕਰੋ ਅਤੇ ਨਾਮ ਜਪੋ। ਬਸ ਜਿਹੜਾ ਬੰਦਾ ਦੋ ਗੱਲਾਂ ਕਰਦਾ ਰਹਿੰਦਾ, ਉਹ ਇੱਥੇ ਵੀ ਸੁਖੀ, ਅੱਗੇ ਵੀ ਸੁਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।